ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰ ਕੇ ਮੂਰਤ ਹੈ ਜਗ ਆਇਓ। ਸ੍ਰੀ ਨਾਨਕ ਅੰਗਦ ਗੁਰ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਬਰਸਰੇ ਗੁਰੂ ਹਰਗੋਬਿੰਦ ਸ੍ਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦਾਂ ਕਰ ਅਨਰਾਗ ਕਵਨ ਕਵਨ ਗੁਣ ਗਾਵਾਂ ਤੇਰੇ ਕਵਨ ਕਵਨ ਗੁਣ ਗਾਵਾਂ ਕਵਨ ਕਵਨ ਗੁਣ ਗਾਵਾਂ ਕਵਨ ਕਵਨ ਗੁਣ ਗਾਵਾਂ ਕਵਨ ਗੁਣ ਗਾਵਾਂ ਕਵਨ ਕਵਨ ਗੁਣ ਗਾਵਾਂ ਕਵਨ ਕਵਨ ਗੁਣ ਗਾਵਾਂ ਕਵਨ ਕਵਨ ਗੁਣ ਗਾਵਾਂ ਵਾਹਿਗੁਰੂ 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 Guru
ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੇ ਮਹਿਮਾ ਵਰਨ ਨ ਸਕੋ। ਤੂੰ ਠਾਕੁਰ ਉਚ ਭਗਵਾਨਾ। ਵਾਹਿਗੁਰੂ 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 ਵਾਹਿਗੁਰੂ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ। ਰੂਪਹੀਨ ਬੁੱਧ ਬਲਹੀਨੀ। ਮੋਹਿ ਪਰਵੇਸਣ ਦੂਰ ਤੇ ਆਏ। ਵਾਹਿਗੁਰੂ ਵਾਹਿਗੁਰੂ ਕਵਣ ਜੋਗ ਕਵਣ ਗਿਆਨ ਧਿਆਨ। ਕਵਣ ਵਿਦ ਉਸਤਤ ਕਰੀਐ। ਸਿਧ ਸਾਧਕ ਤੇ ਤੀਸ ਕੋ। ਤਰਨੀ ਮਨ ਪਰਿਐ। ਬ੍ਰਹਮਾਦਿਕ ਸਨਕਾਦ ਸੇਖ। ਗੁਣ ਅੰਤ ਨ ਪਾਏ। ਅਗ ਹੋ ਗਇਓ ਨਹੀਂ ਜਾਏ। ਪੂਰ ਪ੍ਰਭ ਰਹਿਓ ਸਮਾਏ। ਪੂਰ ਰਹਿਓ ਸਭ ਸਮਾਏ। ਵਾਹਿਗੁਰੂ 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 ਕਬੀਰ ਸਾਤ
ਸਮੁੰਦ ਹੈ ਮਸਕਰੋ ਕਲਮ ਕਰੋ ਬਨ ਰਾਏ ਬਸਦਾ ਕਾਗਦ ਜਾ ਕਰੋ ਹਰ ਜਸ ਲਿਖਨ ਨ ਜਾਏ ਵਾਹਿਗੁਰੂ ਵਾਹਿਗੁਰੂ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਕ ਨਹੀਂ ਲਹੀਆ ਜਿਹਵਾ ਏਕ ਤੇ ਅਨੇਕ ਗੁਣ ਤੇਰੇ ਕਿਹੜੇ ਕਿਹੜੇ ਗਾਵਾਂ ਮਾਲਕਾ ਏਕ ਤੇ ਅਨੇਕ ਗੁਣ ਤੇਰੇ ਕਿਹੜੇ ਕਿਹੜੇ ਗਾਵਾਂ ਮਾਲਕਾ Oh
ਬੇਅੰਤ ਸੁਆਮੀ, ਤੇਰੋ ਅੰਤ ਨਕ ਨਹੀਂ ਲਹੀਐ। ਪਰਮ ਸਨਮਾਨਯੋਗ ਸਤਿਗੁਰਾਂ ਦੇ ਸਾਜੀ ਨਵਾਜੇ ਗੁਰੂ ਪਿਆਰੇ, ਗੁਰੂ ਸਵਾਰੇ, ਖਾਲਸਾ ਸਾਧ ਸੰਗਤ ਜੀ, ਵਡਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਆਓ ਕੁਝ ਸਮਾਂ ਰਲ ਮਿਲ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਜਾਸ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ। ਪਿਆਰ ਨਾਲ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਵੱਡਿਆਂ ਭਾਗਾਂ ਵਾਲੀਆਂ ਰੂਹਾਂ ਨੇ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ, ਆਪਣੇ ਸਮੇਂ ਨੂੰ ਤੇ ਆਪਣੇ ਸਵਾਸਾਂ ਨੂੰ ਸਫਲਾ ਕਰ ਰਹੀਆਂ ਹਨ। ਸੋ ਪਿਆਰਿਓ, ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਹੈ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਪੁਰਬ ਸੰਗਤਾਂ ਰਲ ਮਿਲ ਕਰਕੇ ਬੜੇ ਉਤਸ਼ਾਹ ਦੇ ਨਾਲ, ਸਰਦਾ ਭਾਵਨਾ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ। ਬੜੀਆਂ ਸੰਗਤਾਂ, ਕੋਈ ਨਗਰ ਕੀਰਤਨ ਕਰ ਰਿਹਾ ਹੈ, ਕੋਈ ਢਾਡੀ ਦਰਬਾਰ ਕਰ ਰਿਹਾ ਹੈ, ਕਿਤੇ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਨੇ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਹੈ, ਆਪਣੇ ਹਿੱਸੇ ਦੇ ਵਿੱਚ ਵੀ ਆਇਆ। ਆਪਾਂ ਵੀ ਇਸ ਸਥਾਨ ਦੀ ਮਰਿਆਦਾ ਦੇ ਅਨੁਸਾਰ ਕੱਲ ਤੋਂ ਲੈ ਕਰਕੇ ਤੁਰਤੀ ਬਾਣੀ ਆਈ, ਤਨ ਸਗਲੀ ਚਿੰਤ ਮਿਟਾਈ, ਜਿਹੜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਨੇ। ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਸੰਗਤਾਂ ਤਨ ਮਨ ਧਨ ਕਰਕੇ, ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਜਿੱਥੇ ਹੱਥਾਂ ਦੇ ਨਾਲ ਸੇਵਾ ਹੁੰਦੀ ਹੈ, ਮਾਇਆ ਦੇ ਨਾਲ ਸੇਵਾ ਸੰਗਤਾਂ ਕਰਦੀਆਂ ਨੇ, ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਦੀਆਂ ਨੇ, ਸੰਗਤਾਂ ਬਾਣੀ ਪੜ੍ਹਨ ਦੀ ਸੇਵਾ ਕਰਦੀਆਂ ਨੇ। ਉੱਥੇ ਕੀਰਤਨ ਦਰਬਾਰ ਦੇ ਵਿੱਚ ਪਹੁੰਚ ਕੇ ਹਾਜ਼ਰੀ ਭਰ ਕੇ ਵੀ ਆਪਣੇ ਜੀਵਨ ਨੂੰ ਸਫਲ ਕਰ ਰਹੇ ਹਨ। ਵਡਭਾਗੇ ਹਾਂ ਸਤ ਸੰਗਤ ਤੇ ਪਹੁੰਚ ਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਾਂ ਤੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਕੇ ਤੇ ਗੁਰਮੁਖ ਪਿਆਰੇ ਲੋਕ ਤੇ ਪਰਲੋਕ ਸਫਲ ਹੋ ਜਾਂਦਾ ਹੈ। ਜਦੋਂ ਅਸੀਂ ਗੁਰੂ ਦੇ ਦਰ ਤੇ ਆ ਕੇ ਸਤਿਗੁਰੂ ਦਾ ਅਸਲੀ ਦਰਸ਼ਨ ਕਰਦੇ ਹਾਂ, ਅਸਲੀ ਦਰਸ਼ਨ ਹੁੰਦਾ ਜਦੋਂ ਅਸੀਂ ਸਤਿਗੁਰੂ ਦੀ ਬਾਣੀ ਨੂੰ ਪੂਰਾ ਧਿਆਨ ਲਾ ਕੇ ਸੁਣਦੇ ਹਾਂ, ਉਦੋਂ ਅਸਲੀ ਦਰਸ਼ਨ ਹੁੰਦਾ ਹੈ। ਬਾਹਰੀ ਤਾਂ ਸਤਿਗੁਰੂ ਨੂੰ ਦੇਖਣ ਵਾਲੇ ਬੜੇ ਨੇ, ਬੜਿਆਂ ਨੇ ਦੇਖਿਆ ਤੇ ਗੁਰਮੁਖ ਪਿਆਰਿਓ
ਸਤਿਗੁਰੂ ਜੀ ਆਪ ਪਵਿੱਤਰ ਗੁਰਬਾਣੀ ਵਿੱਚ ਵਚਨ ਕਰਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਸੰਸਾਰ ਸਾਰਾ ਹੀ ਸਤਿਗੁਰੂ ਨੂੰ ਵੇਖ ਰਿਹਾ ਹੈ। ਬੜੇ ਸਨ ਮੁਹੰਮਦ ਸਾਹਿਬ ਜੀ ਨੂੰ ਵੇਖਣ ਵਾਲੇ, ਪਰ ਉਹਨਾਂ ਨੇ ਕੁਝ ਨਹੀਂ ਲਿਆ। ਬੜੇ ਸਨ ਰਾਮ ਜੀ ਨੂੰ ਵੇਖਣ ਵਾਲੇ, ਉਹਨਾਂ ਦੇ ਪੱਲੇ ਨਹੀਂ ਕੁਝ ਪਿਆ। ਬੜੇ ਸਨ ਕ੍ਰਿਸ਼ਨ ਜੀ ਨੂੰ ਵੇਖਣ ਵਾਲੇ, ਪੱਲੇ ਕੁਝ ਨਹੀਂ ਪਿਆ। ਬੜੇ ਸਨ ਗੁਰਮੁਖ ਪਿਆਰੋ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਣ ਵਾਲੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੇਖਣ ਵਾਲੇ, ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖ ਰਹੇ ਨੇ, ਪਰ ਪੱਲੇ ਕੁਝ ਨਹੀਂ ਹੈ। ਕਿਉਂਕਿ ਅਸੀਂ ਬਾਹਰੀ ਤੌਰ ਤੇ ਵੇਖ ਰਹੇ ਹਾਂ। ਜੇ ਅਸੀਂ ਬਾਹਰੀ ਤੌਰ ਤੇ ਗੁਰੂ ਸਾਹਿਬ ਜੀ ਨੂੰ ਵੇਖਾਂਗੇ ਤਾਂ ਸਾਡੇ ਕੁਝ ਪੱਲੇ ਨਹੀਂ ਪੈਣਾ। ਸਾਡੇ ਅੰਦਰ ਤਰਕ ਹੋ ਜਾਵੇਗਾ, ਸੰਕੇ ਖੜੇ ਹੋ ਜਾਣਗੇ ਮਨ ਦੇ ਵਿੱਚ। ਸੰਕੇ ਹੀ ਨਹੀਂ, ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਸੰਕੇ ਕਰ ਦੇਣੀ ਵੀ ਚਾਂਦੋਆ ਚਾਨਣੀ ਕਾਹਤੋਂ ਲਾਈ ਆ, ਇਹ ਏਸੀ ਕਾਹਤੋਂ ਲਾਏ ਨੇ। ਬੜੇ ਨੇ ਸੰਕੇ ਕਰਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੇਲੇ ਵੀ ਸੰਕਾ ਕਰਨ ਵਾਲੇ ਸਨ। ਜੇ ਗੁਰਮੁਖ ਪਿਆਰੋ ਅਸੀਂ ਬਾਹਰੀ ਤੌਰ ਤੇ ਵੇਖਾਂਗੇ ਤਾਂ ਅਸੀਂ ਉਹਨਾਂ ਤੋਂ ਕੁਝ ਪ੍ਰਾਪਤ ਨਹੀਂ ਕਰ ਸਕਦੇ। ਜੇ ਮੁਹੰਮਦ ਸਾਹਿਬ ਦੀ ਬਾਹਰਲੀ ਕਿਰਿਆ ਨੂੰ ਵੇਖਾਂਗੇ, ਨਹੀਂ ਕੁਝ ਪੱਲੇ ਪੈਣਾ। ਜਿੰਨਾ ਚਿਰ ਉਹਨਾਂ ਦੀ ਕੁਰਾਨੇ ਪਾਕ ਅਸੀਂ ਪੜ੍ਹਦੇ ਨੇ, ਉਹਨਾਂ ਦੀ ਕੁਰਾਨੇ ਪਾਕ ਜਿਹੜੀ ਆ, ਜਦੋਂ ਅਸੀਂ ਉਹਨੂੰ ਪੜਾਂਗੇ, ਉਹਦੇ ਵਿੱਚੋਂ ਦਰਸ਼ਨ ਕਰਾਂਗੇ ਨਾ, ਫਿਰ ਸਾਨੂੰ ਪਤਾ ਲੱਗੇ ਮੁਹੰਮਦ ਸਾਹਿਬ ਕੌਣ ਸਨ, ਕੀ ਚੀਜ਼ ਸੀ। ਕ੍ਰਿਸ਼ਨ ਸਾਹਿਬ ਜੀ ਦੀ, ਜੇ ਅਸੀਂ ਕ੍ਰਿਸ਼ਨ ਜੀ ਦੀ ਬਾਹਰਲੀ ਕਿਰਿਆ ਵੇਖਾਂਗੇ, ਸਾਡੇ ਅੰਦਰ ਸੰਕੇ ਪੈਦਾ ਹੋ ਜਾਣਗੇ। ਸ੍ਰੀ ਮਦ ਭਾਗਵਤ ਗੀਤਾ ਦੇ 18 ਅਧਿਆਏ ਨੇ, ਕਿਤੇ ਪੜ੍ਹ ਕੇ ਵੇਖੋ, ਉਹਦੇ ਵਿੱਚੋਂ ਅਸਲੀ ਦਰਸ਼ਨ ਹੋਣਗੇ ਕ੍ਰਿਸ਼ਨ ਜੀ ਦੇ। ਇਸੇ ਤਰ੍ਹਾਂ ਹੀ ਅਸੀਂ ਬਾਹਰੀ ਦਰਸ਼ਨ ਕਰਦੇ ਹਾਂ। ਜੇ ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਗੋਬਿੰਦ ਸਿੰਘ ਜੀ ਦੇ ਬੜੇ ਸੰਕੇ ਖੜੇ ਹੋ ਜਾਂਦੇ। ਪਰ ਗੁਰਮੁਖ ਪਿਆਰੋ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਾਂਗੇ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਰੂ ਸ਼ਬਦ ਰਾਹੀਂ ਦਰਸ਼ਨ ਕਰਾਂਗੇ, ਫਿਰ ਪਤਾ ਲੱਗਦਾ ਵੀ ਗੁਰੂ ਨਾਨਕ ਸਾਹਿਬ ਕੀ ਸੀ। ਇਸ ਕਰਕੇ ਪਿਆਰਿਓ, ਗੁਰੂ ਦਾ ਅਸਲੀ ਦਰਸ਼ਨ ਕਰੀਏ, ਕਿਤੇ ਅਸੀਂ ਬਾਹਰੀ ਦਰਸ਼ਨ ਕਰਦੇ ਕਰਦੇ ਗੁਰੂ ਤੋਂ ਦੂਰ ਨਾ ਹੋ ਜਾਈਏ। ਦੁਨੀਆ ਵੇਖਣ ਵਾਲੀ ਬੜੀ ਹੈ। ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ। ਹੁਣ ਵਜੀਦੇ ਨੇ ਕਿਤੇ ਦਰਸ਼ਨ ਨਹੀਂ ਕਰੇ ਸੀ ਸਾਹਿਬਜ਼ਾਦਿਆਂ ਦੇ? ਵਜੀਦੇ ਨੇ ਦਰਸ਼ਨ ਕਰੇ ਸਨ। ਰੰਗਦੇਵ ਨੇ ਕਿਤੇ ਦਰਸ਼ਨ ਨਹੀਂ ਕੀਤੇ? ਜਾਂ ਜਿਹੜੇ ਸਤਿਗੁਰੂ ਹੋਏ ਨੇ, ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਚੰਦੂ ਵਰਗੇ, ਚੰਦੂ ਨੇ ਵੀ ਦਰਸ਼ਨ ਕੀਤੇ ਨੇ। ਚੰਦੂ ਪਾਪੀ ਨੇ, ਪ੍ਰਿਥੀ ਚੰਦ ਵੀ ਦਰਸ਼ਨ ਕਰਦਾ ਰਿਹਾ ਗੁਰੂ ਸਾਹਿਬ ਜੀ, ਪਰ ਉਹ ਬਾਹਰੀ ਤੌਰ ਤੇ ਵੇਖੀ ਜਾਂਦੇ ਸਨ। ਗੁਰੂ ਸਾਹਿਬ ਜੀ ਨੂੰ ਬਾਹਰਲੀ ਕਿਰਿਆ ਨੂੰ ਵੇਖਦੇ ਸਨ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਇਹ ਗੁਰੂ ਸਾਹਿਬ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਕਹਿ ਦਿੱਤੇ ਨੇ, ਕਹਿੰਦੇ ਡਿੱਠੇ ਮੁਕਤ ਨਾ ਹੋਵੇ। ਡਿੱਠੇ ਦਾ ਮਤਲਬ ਹੁੰਦਾ ਦੇਖਣਾ, ਡਿੱਠਾ। ਕਹਿੰਦੇ ਡਿੱਠੇ ਮੁਕਤ ਨਾ ਹੋਵੇ। ਕਹਿੰਦੇ ਭਾਈ ਇਕੱਲੇ ਵੇਖਣ ਦੇ ਨਾਲ ਮੁਕਤ ਨਹੀਂ ਹੋ ਜਾਂਦਾ। ਮੁਕਤ ਕਿਵੇਂ ਹੋਵਾਂਗੇ? ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਗੁਰੂ ਦੇ ਸ਼ਬਦ ਨੂੰ ਅਸੀਂ ਸੁਣਦੇ ਨਹੀਂ, ਪੜ੍ਹਦੇ ਨਹੀਂ। ਸ਼ਬਦ ਦਾ ਅਰਥ ਹੁੰਦਾ ਆਵਾਜ਼। ਜਿੰਨਾ ਚਿਰ ਅਸੀਂ ਗੁਰੂ ਦੇ ਬਚਨਾਂ ਨੂੰ ਸੁਣਦੇ ਨਹੀਂ ਤੇ ਗੁਰਮੁਖ ਪਿਆਰਿਓ, ਉਹਨਾਂ ਚਿਰ ਸਾਨੂੰ ਅਸਲੀ ਦਰਸ਼ਨ ਨਹੀਂ ਹੁੰਦਾ। ਬੜੇ ਸਨ ਜਿਹੜੇ ਬਾਹਰੀ ਦਰਸ਼ਨ ਕਰਕੇ, ਗੁਰਮੁਖ ਪਿਆਰਿਓ, ਕਈਆਂ ਨੇ ਆਪਣਾ ਜੀਵਨ ਬਰਬਾਦ ਵੀ ਕਰ ਲਿਆ। ਪਰ ਜਿਨ੍ਹਾਂ ਨੇ ਅੰਦਰ ਦਰਸ਼ਨ ਕੀਤਾ, ਗੁਰੂ ਸਾਹਿਬ ਜੀ ਨੂੰ ਸਮਝਿਆ, ਪਾਇਆ,
ਤੇ ਉਹ ਇਸ ਲੋਕ ਦੇ ਵਿੱਚ ਵੀ ਮਾਨ ਇੱਜ਼ਤ ਪ੍ਰਾਪਤ ਕਰਦੇ ਨੇ ਤੇ ਪਰਲੋਕ ਦੇ ਵਿੱਚ ਵੀ ਮਾਨ ਇੱਜ਼ਤ ਪ੍ਰਾਪਤ ਕਰਦੇ। ਇਸੇ ਤਰ੍ਹਾਂ ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ, ਇਹ ਜ਼ਿਕਰ ਕਲਗੀਧਰ ਚਮਤਕਾਰ ਗ੍ਰੰਥ ਡਾਕਟਰ ਭਾਈ ਵੀਰ ਸਿੰਘ ਜੀ ਮਹਾਨ ਵਿਦਵਾਨ ਹੋਏ ਨੇ। ਉਹਨਾਂ ਨੇ 10 ਗੁਰੂਆਂ ਦਾ ਇਤਿਹਾਸ ਲਿਖਿਆ। ਪਹਿਲਾਂ ਕਵੀ ਸੰਤੋਖ ਸਿੰਘ ਜੀ ਨੇ ਬੜਾ ਵੱਡਾ ਇਤਿਹਾਸ ਲਿਖਿਆ 10 ਪਾਤਸ਼ਾਹਾਂ ਦਾ। ਗੁਰਮੁਖ ਪਿਆਰਿਓ ਤਕਰੀਬਨ 13 ਪੋਥੀਆਂ ਨੇ ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਇਤਿਹਾਸ ਲਿਖਿਆ। ਐਡਾ ਇਤਿਹਾਸ ਅੱਜ ਤੱਕ ਕਿਸੇ ਕਵੀ ਨੇ ਨਹੀਂ ਲਿਖਿਆ। ਕਵਿਤਾ ਦੇ ਰੂਪ ਦੇ ਵਿੱਚ ਉਹ ਸਾਰਾ ਇਤਿਹਾਸ ਲਿਖਿਆ ਹੋਇਆ। ਪਰ ਗੁਰਮੁਖ ਪਿਆਰਿਓ ਆਪਾਂ ਘਾਟਾਂ ਕਮੀਆਂ ਨਾ ਵੇਖੀਏ। ਇੰਨੀ ਮਿਹਨਤ ਕਰਕੇ ਉਹਨੇ ਇਤਿਹਾਸ ਲਿਖਿਆ। ਪਹਿਲਾਂ ਇਤਿਹਾਸ ਸੀ ਉਹ ਥੋੜਾ ਥੋੜਾ ਕਿਤੇ ਕਿਤੇ ਸੀ, ਤੇ ਗੁਰਮੁਖ ਪਿਆਰਿਓ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ। ਹੋਰ ਵਿਦਵਾਨਾਂ ਨੇ ਵੀ ਬੜਾ ਇਤਿਹਾਸ ਲਿਖਿਆ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਵੀ ਲਿਖਿਆ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਉਹਨਾਂ ਨੇ ਵੀ 10 ਗੁਰਜੋਤ ਉਹਦੇ ਵਿੱਚ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ। ਤੇ ਜਿਹੜੀ ਮੈਂ ਗੱਲ ਸ਼ੁਰੂ ਕਰਨ ਲੱਗਿਆ ਇਹ ਮੈਂ ਡਾਕਟਰ ਭਾਈ ਵੀਰ ਸਿੰਘ ਜੀ ਉਹਨਾਂ ਨੇ ਕਲਗੀਧਰ ਚਮਤਕਾਰ ਦੇ ਵਿੱਚ ਲਿਖੀ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸਿੱਖ ਹੋਇਆ। ਉਹਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਬਿਸੰਬਰ ਦਾਸ। ਇਹ ਬਿਸੰਬਰ ਦਾਸ ਜਿਹੜਾ ਸੀ ਉਜੈਨ ਦੇ ਰਹਿਣ ਵਾਲਾ ਸੀ। ਉਜੈਨ ਦੇ ਵਿਕਰਮਾਜੀਤ ਦਾ ਇਹ ਸ਼ਹਿਰ ਵਸਾਇਆ ਹੋਇਆ ਰਾਜੇ ਦਾ। ਅੱਜ ਵੀ ਉਹ ਸ਼ਹਿਰ ਵਸਦਾ ਹੈ। ਉਜੈਨ ਦੇ ਰਹਿਣ ਵਾਲਾ ਬਿਸੰਬਰ ਦਾਸ ਜਿਹੜਾ ਸੀ ਇਹ ਵੀ ਇੱਕ ਮਹਾਨ ਵਿਦਵਾਨ ਸੀ। ਬੜੇ ਗ੍ਰੰਥ ਪੜ੍ਹੇ, ਬੜੀ ਵਿਦਿਆ ਪੜ੍ਹੀ, ਬੜੇ ਪੀਰ ਦੇਵੀ ਦੇਵਤਿਆਂ ਨੂੰ ਧਿਆਇਆ। ਵਿਦਿਆ ਪੜ੍ਹ ਕੇ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਕਈ ਵਾਰੀ ਅਸੀਂ ਨਾ ਵਿਦਿਆ ਪੜ੍ਹੀ ਜਾਂਦੇ ਫਿਰ ਸਾਡੇ ਮਨ 'ਚ ਹੰਕਾਰ ਹੋ ਜਾਂਦਾ। ਵਿਦਿਆ ਉਹ ਹੰਕਾਰ ਵੀ ਸਾਨੂੰ ਲੈ ਡਿੱਗਦਾ ਕਈ ਵਾਰੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਜੀ ਨੇ 2 ਗੱਲਾਂ ਕਹੀਆਂ। ਇੱਕ ਤਾਂ ਮਹਾਰਾਜ ਕਹਿੰਦੇ ਬਹੀਏ ਪੜ੍ਹਿਆ ਪਾਸ, ਕਹਿੰਦੇ ਜਿਹੜੇ ਪੜ੍ਹੇ ਨੇ ਉਹਨਾਂ ਦੇ ਕੋਲ ਬੈਠੋ, ਜਿਨ੍ਹਾਂ ਦੇ ਅੰਦਰ ਸ਼ਾਂਤੀ ਹੈ, ਜਿਨ੍ਹਾਂ ਨੇ ਕੁਝ ਸਾਨੂੰ ਸੋਝੀ ਦੇਣੀ ਹੈ। ਇੱਕ ਉਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਪੜ੍ਹਿਆ ਮੂਰਖ ਆਖੀਐ। ਪੜ੍ਹੇ ਹੋਏ ਮੂਰਖ ਵੀ ਹੁੰਦੇ, ਕਿਉਂਕਿ ਉਹਨਾਂ ਨੇ ਲੜਾਈ ਝਗੜਾਈ ਕਰਨਾ। ਉਹਨਾਂ ਨੇ ਪੜ੍ਹੇ ਹੀ ਇਸ ਵਾਸਤੇ ਹੁੰਦਾ ਜਾ ਕੇ ਕਿਸੇ ਨਾ ਕਿਸੇ ਨਾਲ ਸਿੰਘ ਫਸਾਉਣਾ। ਉਹਨੂੰ ਮਹਾਰਾਜ ਨੇ ਮੂਰਖ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਮਹਾਰਾਜ ਕਹਿੰਦੇ ਇਹੋ ਜਿਹੇ ਮੂਰਖਾਂ ਤੋਂ ਦੂਰ ਰਹੋ। ਮੂਰਖ ਨਾਲ ਨਾ ਲੁੱਝੀ। ਮੂਰਖਾਂ ਦੇ ਨਾਲ ਕੀ ਝਗੜਾ ਕਰਨਾ। मूर्ख का तो पर कोई हल होगा। मूर्ख के ठोकने को लूण मिर्च घोटने को डंडा प्रदान है, क्योंकि मूर्ख को दलील वालियां होंदियां ने, उन्हें दलील ते दलील दलील दई जानी। पर जेडे रब दे प्यारे होंदे ना भजन बंदगी करने वाले, वो शांत होंदे ने। मूर्ख का तो कि उन्हें सवाल कर देना तो एक का तुसीं उत्तर दे दोगे, दूजा खड़ा कर देना, सवाल ते सवाल सवाल ते सवाल करोगे। जे असीं संके करीए तो असीं संकियां दे नाल भर जावांगे। पर गुरमुख प्यारे सरदा बनाउणी औखी है। सरदा बनाइए, पर सरदा बनाउणी है सच्ची सरदा, सच्चे सतगुरु ते सरदा।
किसी पखंडी ते किसी चेले चाकड़े ते सरदा ना बनाइए, सरदा बस गुरु ते बनाओ। गुरु ग्रंथ साहिब महाराज जी के उपर सरदा बनाओ, गुरु ग्रंथ साहिब जी के गुरु शब्द नूं आपां मन के जिंदगी दे विच कमाओ। सच्ची सरदा की हुंदी है? सतगुर की बाणी सत सत कर जान हो गुर सिख हो, हर करता आप मोह कढ़ाए। सतगुर की बाणी नूं सत सत करके जानना ही सच्ची सिक्ख्या ते सच्ची सरदा। इहनूं धारण करिए ते जिहड़ी विद्या पढ़ के गुरमुख प्यारिओ हंकार करना, ये फिर जहर का काम करना, बंदे नूं मार दिंदी है विद्या। सार किताबली दे करता पंडित हरदयाल जी लिखते हैं, बिख विद्या अभ्यास बिन भोजन करन अघाए। जिहड़ा भोजन साडे अंदर हाजम ना आवे वो जहर बने, उस रोग पैदा होना शुरू हो। इसी तरह ही जिहड़ी विद्या आ, विद्या भी कईयां दे हाजम नहीं आउंदी, ये किसे किसे दी हाजम आउंदी। बड़े विद्वान ने गुरमुख प्यारिओ, जिन्हां कोले विद्या की कोई घाट नहीं है, पर वो शांत चित्त ने आनंद दे विच। संत ज्ञानी मोहन सिंह जी पिंडरां वाले महापुरख ते गुरमुख प्यारिओ, पता ही नहीं उन्होंने किन्ने क ग्रंथ पढ़े, सारे धर्मां दा अध्ययन किया ग्रंथ पढ़ के। उन्होंने पता नहीं किन्ने क गहां विद्वान बनाते, ये भी नहीं पता है, गिणती नहीं है उन्होंने। ते गुरमुख प्यारे वेखो शांत चित्त आत्मा, जदों उन्होंने दर्शन करते थे ना जाके, मन शांत हो जाता सी, शीतल ठंडा हो जाता सी। कई बारी बड़े हुंदे सन लोग शंका लैके जाते सी, पर उन्होंने दे दर्शन करके कथा एक बार जिहड़ा सुन लैंदा सी ते सारे सुन के निवृत्त हो जाते सी। किन्नी उन्हां दी बख्शिश सी परमात्मा दी, बंदगी वाले सी संत ज्ञानी मोहन सिंह जी पिंडरां वाले। इहो ਜਿਹੇ ਜਿਹੜੇ ਹੁੰਦੇ ਨੇ ਉਹ ਥੋੜੇ ਹੁੰਦੇ ਨੇ, ਹੈਨ ਵਿਰਲੇ ਨਾਹੀ ਘਣੇ ਫੈਲ ਪਕੜ ਸੰਸਾਰ। ਮੇਰੇ ਵਰਗੇ ਨੂੰ ਚਾਰ ਕ ਗੱਲਾਂ ਆ ਜਾਂਦੀਆਂ, ਚਾਰ ਸੁਰਾਂ ਸਿੱਖ ਲੈਂਦੇ ਨੇ ਤੇ ਫਿਰ ਗੁਰਮੁਖ ਪਿਆਰਿਓ ਧਰਤੀ ਤੇ ਪੈਰ ਨਹੀਂ ਲੱਗਦਾ। ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਕਿਸੇ ਕਿਸੇ ਤੇ ਹੁੰਦੀ ਹੈ। ਇਸ ਵਿਦਿਆ ਨੂੰ ਪਹੁੰਚਾਉਣਾ ਤੇ ਗੁਰਮੁਖ ਪਿਆਰਿਓ ਹਰ ਇੱਕ ਦਾ ਕੰਮ ਹੈ। ਜਿਹਦੇ ਤੇ ਕਿਰਪਾ ਹੁੰਦੀ ਹੈ ਉਹ ਵਿਦਿਆ ਨੂੰ ਪਹੁੰਚਾ ਲੈਂਦਾ। ਬਿਸੰਬਰ ਦਾਸ ਨੇ ਬੜੀ ਵਿਦਿਆ ਪੜ੍ਹੀ ਹੈ ਤੇ ਗੁਰਮੁਖ ਪਿਆਰਿਓ ਪਰ ਮਨ ਦੀ ਸ਼ਾਂਤੀ ਨਹੀਂ ਮਿਲੀ। ਭਗਤ ਕਬੀਰ ਸਾਹਿਬ ਜੀ ਦੇ ਬਚਨ ਹੁੰਦੇ ਨੇ, ਕਿਆ ਪੜ੍ਹੀ ਹੈ ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, पढ़े सुने क्या होई, जो सहज न मिले सोई। जो सहज ही नहीं मिले, इसी तरह बिसंबर दास नूं सहज की प्राप्ति नहीं, शांति नहीं मिलती। धन दौलत भी बड़ी है घर दे विच, माया बड़ी है, सेठ सी, पर कितों पता लग्या भी गुरु नानक के घर दे विच जाके शांति मिलती है। फिर इन्हें धन गुरु तेग बहादुर महाराज की शरण दे विच आया। गुरु तेग बहादुर पातशाह महाराज जी के दर्शन किए, सतगुरां कोल सिੱਖੀ लई, सिੱਖੀ कमाउणी की, कमाई सीखी, बंदगी करने वाले ने। फिर ये घर दे पुत्र पैदा होया, उसका नाम रखा हरि गोपाल। वो हरि गोपाल ने भी बड़ी विद्या पढ़ी है, बड़े ग्रंथ पढ़े, अपने बाप के कोलों
गुरु नानक के घर ਦੀਆਂ ਗੱਲਾਂ ਸੁਣਦਾ ਤੇ ਉਸ ਸਮੇਂ इधर गुरु कलगीधर पातशाह महाराज जी आनंदपुर साहब गुरगद्दी ते विराजमान ने। गुरु तेग बहादुर पातशाह महाराज शहीदियां पा गए सन। हुण हरि गोपाल अपने पिता के कोलों इतिहास सुनता महाराज का, पर सरदा नहीं है, उतले मनों सुनी जाता। हंकार है विद्या का ते माया का। ਉਹਦਾ बाप ਜਿਹੜਾ ਉਹਨੂੰ ਸਾਖੀ ਸੁਣਾਉਂਦਾ गुरु घर की सिर मारी जाता, ठीक है, पर असर नहीं कोई है। एक दिन ਉਹਦਾ पिता कहन लगा, बसंबर दास कहन लगा, हरि गोपाल तू जा आनंदपुर साहब गुरु नानक के घर ਦੇ ਵਿੱਚ 10वें ਸਰੂਪ कलगियां वाले पातशाह गुरु गोबिंद सिंह महाराज ने उन्हां दे दर्शन कर, तेनू शांति मिलूगी, तेनू सहज मिल जूगा, तेरा लोक परलोक सफला कर देंगे, तेनू किसी चीज की घाट कमी नहीं रहे। जा जाके दर्शन कर एक बार। कहने लगा कोई गल नहीं, समा बनूगा, जा आवांगा। पिता ने कहना तैयार हो गया आनंदपुर साहब जाने वास्ते। जदों तैयार हो गया तो बसंबर दास कहने लग्या, लै पुत्र तेनों 500 रुपया मैं दिना उस समय का, क्योंकि सेठ सन बसंबर दास, घर के धन दौलत बड़ी सी। बसंबर दास कहने लग्या, आ 500 रुपया ले जा नाल, ये 500 रुपया कलगीधर महाराज के चरणों में भेटा कर दी, ते गुरु नानक के घरों तेन खुशियां मिलणगियां ते खुशियां लेके आई। कलगियां वाले पातशाह कहने लगे ठीक है जी। पिता का कहना नहीं मोड़ रहा, पर सरदा नहीं है गुरु के ऊपर। उथों तुरन लग्या तो कुछ होर संगत नाल तुरी है उजैन आनंदपुर साहब। हुण जिहड़े सिख ने वो श्रद्धा भावना वाले ने, गुरु साहब के उपर भरोसा रखण वाले ने। संगत गुरु साहब की उस्कत करदी है, सिफतां करते आ रहे हैं कलगियां वाले पातशाह जी दीआं। ये पर खुश नहीं है, अंदरों नाल तुरया आ रहा, पर सोचता रहा भी की करते जाते हैं, किवें बोलते जाते आ, की गल्लां करते हैं। इस तरह मन के विच संके चल रहे, क्योंकि पहला कभी इन्हें गुरु कलगीधर जी के दर्शन नहीं किए। इस तरह चलते चलते आनंदपुर साहब के नेड़े जदों पहुंचते हैं ते गुरु के सिख टोलियां दे विच हुण तां समय बदल गया। अज तो तकरीबन 20 साल पहला ना अपने देश दे विच जदों किते दीवान हुंदे सी ना किसी दूसरे पिंड, माइयां ने जाना ते माइयां ने ट्रालियां दे विच बैठ के शब्द पढ़ते जाते। गुरु घर दे विच भी जे लंगर पकाउणा ते माइयां ने शब्द पढ़ने, जे किते यात्रा ते जाना तो माइयां ने शब्द पढ़ने। क्योंकि मेरी भी अजे उम्र छोटी है, पर मैं देखा है संगतां दे यात्रा ते जाते, जदों संगत जाती सी गुरु दे उस्कत करते जाना, गुरु दे शब्द पढ़ते जाना। इस तरह उजैन तो संगत तुरी आ, बसंबर दास का पुत्र हरि गोपाल नाल ते संगतां आनंदपुर साहब दे कोल पहुंच के इस तरह टोलियां दे विच शब्द पढ़ रहे हैं। बन के भिखारी दर पैण आया, दर पैण आया, बन के भिखारी दर पैण आया, दर पैण आया, बन के भिखारी दर पैण आया, दर पैण आया, बन के भिखारी दर पैण
ਬਣ ਕੇ ਭਿਖਾਰੀ ਦਰ ਬਹਿਣ ਆਇਆ, ਦਰ ਬਹਿਣ ਆਇਆ, ਬਣ ਕੇ ਭਿਖਾਰੀ ਦਰ ਬਹਿਣ ਆਇਆ, ਦਰ ਬਹਿਣ ਆਇਆ, ਬਣ ਕੇ ਭਿਖਾਰੀ ਦਰ ਬਹਿਣ ਆਇਆ, ਦਰ ਬਹਿਣ ਆਇਆ, ਬਣ ਕੇ ਭਿਖਾਰੀ ਦਰ ਬਹਿਣ ਆਇਆ, ਦਰ ਬਹਿਣ ਆਇਆ, ਬਣ ਕੇ ਭਿਖਾਰੀ ਦਰ ਬਹਿਣ ਆਇਆ, ਦਰ ਬਹਿਣ ਆਇਆ, ਬਣ ਕੇ ਭਿਖਾਰੀ ਦਰ ਬਹਿਣ ਆਇਆ, ਦਰ ਬਹਿਣ ਆਇਆ। ਜਿਹੜਾ ਭਿਖਾਰੀ ਬਣ ਕੇ ਇਸ ਦਰ ਤੇ ਆਉਂਦਾ ਨਾ ਗੁਰੂ ਨਾਨਕ ਦੇ ਦਰ ਤੇ, ਇੱਥੋਂ ਦਾਤਾਂ ਉਹਨਾਂ ਨੂੰ ਮਿਲਦੀਆਂ ਨੇ। ਦਾਤਾ ਇੱਕੋ ਹੀ ਆ, ਸਭ ਨੂੰ ਦੇਣ ਵਾਲਾ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਨਾਮ। ਆਪਾਂ ਸਾਰੇ ਭਿਖਾਰੀ ਆ, ਮੰਗਣ ਵਾਲੇ ਆ। ਮੰਗਤੇ ਦਾ ਪਤਾ ਉਹਦੀ ਮੰਗ ਤੋਂ ਲੱਗਦਾ ਵੀ ਇਹਦੀ ਮੰਗ ਕਿੱਡੀ ਕੁ ਹੈ। ਤੇ ਗੁਰਮੁਖ ਪਿਆਰਿਓ, ਸਾਡੀਆਂ ਵੀ ਮੰਗਾਂ ਨੇ, ਕਿੰਨੀਆਂ ਮੰਗਾਂ ਮੰਗਦੇ ਆ ਗੁਰੂ ਨਾਨਕ ਦੇ ਦਰ ਤੇ ਆ ਕੇ। ਪਰ ਭਾਵਨਾ ਬਣਾ ਕੇ ਭਿਖਾਰੀ ਬਣ ਕੇ ਕਿਤੇ ਆਈਏ ਨਾ ਗੁਰੂ ਨਾਨਕ ਦੇ ਦਰ ਤੇ। ਬਣ ਕੇ ਭਿਖਾਰੀ ਦਰ ਪੈਣ ਆਇਆ, ਦਰ ਪੈਣ ਆਇਆ, ਬਣ ਕੇ ਭਿਖਾਰੀ ਦਰ ਪੈਣ ਆਇਆ, ਦਰ ਪੈਣ ਆਇਆ, ਬਣ ਕੇ ਭਿਖਾਰੀ ਦਰ ਬਹਿਣ ਆਇਆ, ਦਰ ਬਹਿਣ ਆਇਆ, ਬਣ ਕੇ ਭਿਖਾਰੀ ਦਰ ਬਹਿਣ ਆਇਆ, ਦਰ ਬਹਿਣ ਆਇਆ, ਬਣ ਕੇ ਭਿਖਾਰੀ ਦਰ ਬਹਿਣ ਆਇਆ, ਬਣ ਕੇ ਭਿਖਾਰੀ ਦਰ ਬਹਿਣ ਆਇਆ, ਦਰ ਬਹਿਣ ਆਇਆ, ਬਣ ਕੇ ਭਿਖਾਰੀ ਦਰ ਬਹਿਣ ਨਾਮ ਦੀਆਂ ਦਾਤਾਂ ਸਾਈਆਂ ਲੈਣ ਆਇਆ, ਹਾਂਜੀ ਲੈਣ ਆਇਆ। ਨਾਮ ਦੀਆਂ ਦਾਤਾਂ ਸਾਈਆਂ ਲੈਣ ਆਇਆ, ਹਾਂਜੀ ਲੈਣ ਆਇਆ। ਨਾਮ ਦੀਆਂ ਦਾਤਾਂ ਸਾਈਆਂ ਲੈਣ ਆਇਆ, ਲੈਣ ਆਇਆ, ਨਾਮ ਦੀਆਂ ਦਾਤਾਂ ਸਾਈਆਂ ਲੈਣ ਆਇਆ, ਲੈਣ ਆਇਆ, ਨਾਮ ਦੀਆਂ ਦਾਤਾਂ ਸਾਈਆਂ ਲੈਣ ਆਇਆ, ਨਾਮ ਦੀਆਂ ਦਾਤਾਂ ਸਾਈਆਂ ਲੈਣ ਆਇਆ, ਲੈਣ ਆਇਆ। ਬਣ ਕੇ ਭਿਖਾਰੀ ਦਰ ਬਹਿਣ ਆਇਆ, ਹਾਂਜੀ ਬਹਿਣ ਆਇਆ। ਬਣ ਕੇ ਭਿਖਾਰੀ ਦਰ ਬਹਿਣ ਆਇਆ, ਦਰ ਬਹਿਣ ਆਇਆ। ਬਣ ਕੇ ਭਿਖਾਰੀ ਦਰ ਬਹਿਣ ਆਇਆ, ਹਾਂਜੀ ਬਹਿਣ ਆਇਆ। ਬਣ ਕੇ ਭਿਖਾਰੀ ਦਰ ਬਹਿਣ ਆਇਆ, ਹਾਂਜੀ ਬਹਿਣ ਆਇਆ, ਬਣ ਕੇ ਭਿਖਾਰੀ ਦਰ, ਬਣ ਕੇ ਭਿਖਾਰੀ ਦਰ ਬਹਿਣ ਆਇਆ, ਦਰ ਬਹਿਣ ਆਇਆ, ਬਣ ਕੇ ਭਿਖਾਰੀ ਦਰ ਬਣ ਕੇ ਭਿਖਾਰੀ ਦਰ ਬਹਿਣ ਆਇਆ। ਕਹਿਣ ਲੱਗੇ ਮਹਾਰਾਜ ਦੇ ਦਰ ਦੇ ਭਿਖਾਰੀ ਬਣ ਕੇ ਆਏ ਆ ਤੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਨਾਮ ਦੀਆਂ ਦਾਤਾਂ ਲੈਣਾ। ਸੰਗਤਾਂ ਜਦੋਂ ਇਸ ਤਰ੍ਹਾਂ ਹਰੀ ਜਸ ਕੀਰਤਨ ਕਰਦੇ ਹੋਏ ਹਰੀ ਗੋਪਾਲ ਦੇ ਸਮੇਤ ਜਦੋਂ ਅਨੰਦਪੁਰ ਸਾਹਿਬ ਪਹੁੰਚਦੇ ਨੇ ਤੇ ਸੰਗਤਾਂ ਆਸੇ-ਪਾਸੇ ਸੇਵਾ ਕਰ ਰਹੀਆਂ ਨੇ ਤੇ ਵੇਖਿਆ ਵੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨਜ਼ਰ ਨਹੀਂ ਆ ਰਹੇ। ਪੁੱਛਣਾ ਕੀਤਾ ਸੰਗਤ ਨੇ ਸੇਵਾਦਾਰਾਂ ਨੂੰ ਵੀ ਸਤਿਗੁਰੂ ਜੀ ਕਿੱਥੇ ਨੇ? ਕਹਿਣ ਲੱਗੇ ਵੀ ਸ਼ਿਕਾਰ ਖੇਡਣ ਗਏ ਮਹਾਰਾਜ। ਜਦੋਂ ਇਹਨਾਂ ਬਚਨ ਹਰੀ ਗੋਪਾਲ ਨੇ ਸੁਣਿਆ, ਸਰਦਾ ਤਾਂ ਪਹਿਲੇ ਹੀ ਨਹੀਂ ਸੀ ਮਨ ਦੇ ਵਿੱਚ, ਹੋਰ ਸ਼ੰਕਾ ਵੀ ਇਹੋ ਜਿਹਾ ਕਿਹੜਾ ਰਹਿਬਰ ਹੋਇਆ ਜਿਹੜਾ ਸਿੱਖਿਆ ਦਵੇ ਨਾਮ ਦੀ, ਰੱਬ ਦੀਆਂ ਗੱਲਾਂ ਕਰਨ ਵਾਲਾ ਤੇ ਆਪ ਸ਼ਿਕਾਰ ਖੇਡ। ਸ਼ੰਕਾ ਖੜਾ ਹੋ ਗਿਆ ਤੇ ਜਦੋਂ ਗੱਲ ਆਪਾਂ ਪਹਿਲਾਂ ਕਰਦੇ ਸੀ ਨਾ, ਜੇ ਆਪਾਂ ਬਾਹਰ ਹੀ ਵੇਖਾਂਗੇ ਗੁਰੂ ਸਾਹਿਬ ਜੀ ਨੂੰ ਫਿਰ ਸੰਕੇ ਖੜੇ ਹੋਣਗੇ। ਗੁਰੂ ਸਾਹਿਬ ਜੀ ਸ਼ਿਕਾਰ ਖੇਡਦੇ ਸੀ, ਉਹ ਵੀ ਕਿਸੇ ਦਾ ਭਲਾ ਕਰਦੇ ਸਨ ਸਤਿਗੁਰੂ ਮਹਾਰਾਜ। ਜਦੋਂ ਸ਼ੰਕਾ ਖੜਾ ਹੋ ਗਿਆ ਵੀ ਗੁਰੂ ਕੀ ਤੇ ਸ਼ਿਕਾਰ ਖੇਡਣਾ ਕੀ,
ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਆਏ ਨੇ, ਸ਼ਿਕਾਰ ਖੇਡ ਕੇ ਤੇ ਹੱਥ ਦੇ ਵਿੱਚ ਬਟੇਰਾ ਫੜਿਆ ਤੇ ਬਾਜ ਤੋਂ ਤੁੜਵਾ ਰਿਹਾ, ਬਾਜ ਖਾ ਰਿਹਾ। ਹੋਰ ਸ਼ੰਕਾ ਖੜਾ ਹੋ ਗਿਆ ਵੀ ਇਹਨਾਂ ਦੇ ਅੰਦਰ ਤਾਂ ਦਇਆ ਹੀ ਨਹੀਂ ਹੈ, ਕਿਸੇ ਤੇ ਤਰਸ ਹੀ ਨਹੀਂ ਕਰ ਰਹੇ। ਸੰਗਤਾਂ ਨੇ ਨਮਸਕਾਰ ਕੀਤੀ, ਇਹਨੇ ਵੀ ਚਲੋ ਸਿਰ ਤਾਂ ਝੁਕਾ ਦਿੱਤਾ ਮਹਾਰਾਜ ਜੀ ਨੂੰ, ਪਰ ਸ਼ੰਕਾ ਹੈ ਮਨ ਵਿੱਚ। ਕਹਿਣ ਲੱਗਿਆ, ਮਹਾਰਾਜ ਮੈਂ ਆਪ ਜੀ ਦੀਆਂ ਬੜੀਆਂ ਸਿਫਤਾਂ ਸੁਣੀਆਂ, ਆਪ ਜੀ ਦੇ ਦਰ ਘਰ ਦੀ ਬੜੀ ਸ਼ੋਭਾ ਸੁਣੀ, ਪਰ ਮਹਾਰਾਜ ਮਨ ਵਿੱਚ ਸ਼ੰਕਾ ਹੋ ਗਈ ਹੈ ਵੀ ਆਪ ਜੀ ਦਇਆ ਨਹੀਂ ਕਰਦੇ, ਤਰਸ ਨਹੀਂ ਕਰ ਰਹੇ, ਤੁਸੀਂ ਇੱਕ ਬਟੇਰੇ ਦਾ ਮਾਸ ਤੇ ਬਾਜ ਤੋਂ ਤੜਵਾ ਰਹੇ ਹੋ, ਸ਼ਿਕਾਰ ਖੇਡਣ। ਮਹਾਰਾਜ ਤੁਹਾਡੀ ਬਾਣੀ ਦੇ ਵਿੱਚ ਕੀ ਲਿਖਿਆ? ਤੁਹਾਡੀ ਬਾਣੀ ਤਾਂ ਕਹਿੰਦੀ ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਰਾਮ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇੱਕ ਲਮਾਟੀ ਕੁੰਜਰ ਚਿੱਟੀ ਭਾਜਨ ਹੈ ਬਹੁ ਨਾਨਾ ਰੇ। ਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਤੁਹਾਡੀ ਬਾਣੀ ਦਾ ਕਹਿੰਦੇ ਆ ਵੀ ਉਹ ਸਾਰਿਆਂ ਜੀਵਾਂ ਦੇ ਵਿੱਚ ਹੀ ਵਸਦਾ ਹੈ, ਪਰ ਮਹਾਰਾਜ ਇਹ ਕਿਉਂ ਤੁਸੀਂ ਇਸ ਤਰ੍ਹਾਂ ਕੀਤਾ? ਰਾਮ ਬੋਲੇ ਰਾਮਾ ਬੋਲੇ, ਰਾਮ ਬੋਲਦਾ ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ ਰਾਮਾ ਬੋਲੇ, ਰਾਮ ਬੋਲਦਾ ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ ਰਾਮ ਬੋਲੇ, ਰਾਮ ਬੋਲਦਾ ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲੇ, ਰਾਮ ਬੋਲੇ, ਰਾਮ ਬੋਲਦਾ ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ ਸਾਰੀਆਂ। ਰਾਮ ਬੋਲੇ ਰਾਮਾ ਬੋਲੇ, ਰਾਮ ਬੋਲਦਾ ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ ਰਾਮਾ ਬੋਲੇ, ਰਾਮ ਬੋਲਦਾ ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਕਹਿਣ ਲੱਗੇ, ਮਹਾਰਾਜ ਤੁਸੀਂ, ਤੁਹਾਡੀ ਬਾਣੀ ਇਹ ਕਹਿ ਰਹੀ ਹੈ ਵੀ ਸਾਰੀਆਂ ਘਟਾਂ ਦੇ ਵਿੱਚ ਉਹ ਪ੍ਰਮਾਤਮਾ ਹੀ ਬੋਲਦਾ ਹੈ, ਫਿਰ ਤੁਸੀਂ ਸ਼ਿਕਾਰ ਖੇਡਦੇ ਹੋ। ਮਹਾਰਾਜ ਕਹਿਣ ਲੱਗੇ, ਕਹਿੰਦੇ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਕਹਿੰਦੇ ਭਾਈ ਸਾਰੇ ਜੀਵਾਂ ਦਾ ਆਹਾਰ ਜਿਹੜਾ ਹੈ ਉਹ ਜਿਹੜੇ ਵੱਡੇ ਜੀਵ ਨੇ ਛੋਟਿਆਂ ਨੂੰ ਖਾ ਰਹੇ। ਜੀਆਂ ਦਾ ਆਹਾਰ ਹੀ ਜੀ ਖਾਣਾ ਹੈ।
ਹੁਣ 42 ਲੱਖ ਜੀਵ ਪਾਣੀ ਦੇ ਵਿੱਚ ਜਿਹੜਾ ਰਹਿੰਦਾ ਉਹ ਪਾਣੀ ਦੇ ਵਿੱਚ ਹੀ ਮਰਦਾ। ਜਿਹਨਾਂ ਦਾ ਮਹਾਰਾਜ ਬਾਣੀ ਦੇ ਵਿੱਚ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕਹਿੰਦੇ ਉੱਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ। ਹੁਣ ਸਮੁੰਦਰ 'ਚ ਕਿਹੜੇ ਹੱਟ ਚੱਲਦੀ ਆ? ਉੱਥੇ ਵੱਡੇ ਜੀਵ ਨੇ ਜਿਹੜੇ ਆਪ ਤੋਂ ਛੋਟਿਆਂ ਨੂੰ ਖਾਈ ਜਾ ਰਹੇ ਨੇ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਜੀ ਨੂੰ ਸਿੱਖਿਆ ਦਿੱਤੀ। ਕਹਿੰਦੇ ਭਾਈ ਮਨੁੱਖਾਂ ਦੇ ਖਾਣ ਵਾਸਤੇ ਭੋਜਨ ਪਰਮੇਸ਼ਰ ਨੇ ਬਣਾਇਆ। ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅਨ ਭੋਗਾਣੀ। ਫਿਰ ਮਹਾਰਾਜ ਕਹਿੰਦੇ ਨੇ ਕਬੀਰ ਭਾਂਗ ਮਾਸੂਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਸਬਰ ਸਤਲ ਜਾਹੇ। ਕਬੀਰ ਖੂਬ ਖਾਨਾ ਖੀਚਰੀ ਜਾਮ ਹੈ ਅੰਮ੍ਰਿਤ ਲੋਨ ਫੇਰਾ ਰੋਟੀ ਕਾਰ ਨੇ ਗਲਾ ਕਟਾਵੇ ਕੌਣ। ਸਾਨੂੰ ਜਿਹੜਾ ਅਸੀਂ ਮਾਸ ਖਾਂਦੇ ਹਾਂ ਅਸੀਂ ਜੀਭ ਦੇ ਸਵਾਦ ਵਾਸਤੇ ਖਾਂਦੇ ਹਾਂ। ਜੀਭ ਦੇ ਸਵਾਦ ਵਾਸਤੇ ਨਹੀਂ ਖਾਣਾ ਚਾਹੀਦਾ। ਮਹਾਰਾਜ ਕਹਿੰਦੇ ਇਹਨਾਂ ਦਾ ਆਹਾਰ ਹੀ ਜੀਵਾਂ ਦਾ ਜੀਵ ਖਾਣੇ ਨੇ। ਮਹਾਰਾਜ ਕਹਿੰਦੇ ਹਰ ਇੱਕ ਚੀਜ਼ ਦੇ ਵਿੱਚ ਜੋ ਅਸੀਂ ਖਾਂਦੇ ਆ ਉਹਨਾਂ ਦੇ ਵਿੱਚ ਵੀ ਜਾਨ ਹੈ। ਜੋ ਵੀ ਅਸੀਂ ਫਲ ਫਰੂਟ ਖਾਂਦੇ ਆ ਸਭ ਦੇ ਵਿੱਚ ਹੀ ਜਾਨ ਹੈ। ਪਰ ਗੁਰਮੁਖ ਪਿਆਰੋ ਪਿਆਰੋ ਨੇ ਸਾਡੇ ਖਾਣ ਵਾਸਤੇ ਚੀਜ਼ਾਂ ਬਣਾਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਿਆ ਦਿੱਤੀ। ਪਰ ਗੁਰਮੁਖ ਪਿਆਰਿਓ ਸਰਧਾ ਨਹੀਂ ਅਜੇ ਬਣੀ। ਹਰੀ ਗੋਪਾਲ ਇੰਨਾ ਕੁਝ ਸੁਣ ਕੇ ਵੀ ਉਹਦੀ ਸਰਧਾ ਨਹੀਂ ਬਣੀ। ਹਰੀ ਗੋਪਾਲ ਮਨ ਫਿਰ ਵੀ ਸੰਕੇ ਦੇ ਵਿੱਚ ਕਈ ਦਿਨ ਉੱਥੇ ਸਿੱਖ ਸੰਗਤ ਰਹੀ। ਸੰਗਤਾਂ ਨੇ ਸੇਵਾ ਕੀਤੀ ਪਰ ਇਹ ਦੇਖਦਾ ਫਿਰਦਾ ਵੀ ਸਾਰੇ ਕਮਲੇ ਜੇ ਤੁਰੇ ਫਿਰਦੇ ਨੇ ਇੱਥੇ। ਕੋਈ ਭਾਂਡੇ ਮਾਂਜੀ ਜਾਂਦਾ, ਕੋਈ ਝਾੜੂ ਮਾਰੀ ਜਾਂਦਾ, ਕੋਈ ਦਾਲਾਂ ਬਣਾਈ ਜਾਂਦਾ। ਇਸ ਤਰ੍ਹਾਂ ਵੇਖ ਰਿਹਾ ਉਹਨਾਂ ਨੂੰ ਸੇਵਾਦਾਰਾਂ ਨੂੰ। ਭਾਵਨਾ ਨਹੀਂ ਬਣੀ ਪਰ ਤੁਰਿਆ ਫਿਰਦਾ ਕਿਉਂਕਿ ਪਿਤਾ ਨੇ ਭੇਜਿਆ ਸੀ ਨਾ। ਅਜੇ ਆਪ ਦੀ ਸਰਧਾ ਨਹੀਂ ਸੀ। ਕੁਝ ਦਿਨ ਸੰਗਤ ਰਹੀ। ਜਦੋਂ ਵਾਪਸ ਜਾਣ ਲੱਗੇ ਨਾ ਉੱਥੋਂ ਸੰਗਤਾਂ ਨੇ ਨਮਸਕਾਰ ਕੀਤੀਆਂ ਪਰ ਜਿਹੜਾ ਇਹਦੇ ਪਿਤਾ ਨੇ 500 ਰੁਪਇਆ ਦੇ ਕੇ ਭੇਜਿਆ ਸੀ ਉਹ ਇਹਨੇ ਅਜੇ ਮੱਥਾ ਟੇਕਿਆ ਨਹੀਂ ਸੀ। ਸਤਿਗੁਰਾਂ ਨੂੰ ਨਮਸਕਾਰ ਨਹੀਂ ਕੀਤੀ, ਭੇਟਾ ਨਹੀਂ ਕੀਤਾ। ਜਦੋਂ ਸੰਗਤ ਤੁਰਨ ਲੱਗੀ ਇਹਨੇ ਸੋਚਿਆ ਵੀ ਪਿਤਾ ਜੀ ਕਹਿਣਗੇ ਵੀ ਤੂੰ ਇਹ ਵਾਪਸ ਲਿਆਇਆ ਪੈਸੇ, ਤੇ ਇਹਨੇ ਜਾ ਕੇ ਉਹ 500 ਰੁਪਇਆ ਜੋ ਸੀ ਉਸ ਸਮੇਂ ਦਾ ਉਹਨੇ ਸਤਿਗੁਰਾਂ ਦੇ ਅੱਗੇ ਭੇਟਾ ਕਰ ਦਿੱਤਾ, ਰੱਖ ਦਿੱਤਾ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਖੁਸ਼ ਹੋਏ। ਗੁਰੂ ਸਾਹਿਬ ਜੀ ਨੇ ਇੱਕ ਕੜਾ ਸਰਬ ਲੋਹ ਦਾ ਤੇ ਕੁਝ ਪ੍ਰਸਾਦ ਤੇ ਇੱਕ ਸਰੋਪਾ, ਕੜਾ ਤੇ ਪ੍ਰਸਾਦ ਹਰੀ ਗੋਪਾਲ ਨੂੰ ਦਿੱਤਾ ਤੇ ਸਰੋਪਾ ਭੇਟ ਕੀਤਾ ਤੇ ਸਿੱਖਾਂ ਨੇ ਜਕਾਰਾ ਬੁਲਾਇਆ। ਮਹਾਰਾਜ ਕਹਿਣ ਲੱਗੇ ਤੈਨੂੰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਖੁਸ਼ੀਆਂ, ਗੁਰੂ ਨਾਨਕ ਦੇ ਘਰ ਦੇ ਵਿੱਚ ਤੈਨੂੰ ਖੁਸ਼ੀਆਂ ਮਿਲਦੀਆਂ। ਉੱਥੇ ਤਾਂ ਨਹੀਂ ਕੁਝ ਬੋਲਿਆ ਗੁਰੂ ਸਾਹਿਬ ਦੇ ਕੋਲ। ਥੋੜਾ ਜਿਹਾ ਪਰੇ ਜਾ ਕੇ ਕਹਿਣ ਲੱਗਾ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ। ਇੱਥੇ ਮੈਂ 500 ਰੁਪਏ ਦਿੱਤਾ ਤੇ ਮੈਨੂੰ ਇਹ ਕੜਾ ਦੇ ਦਿੱਤਾ। ਕੀ ਹੈ ਕੜਾ? ਪਰ ਉਹਨੂੰ ਗੁਰੂ ਘਰ ਦੀ ਮਰਿਆਦਾ ਦਾ ਨਾ ਪਤਾ ਹੀ ਇਹ ਕੜੇ ਦੇ ਵਿੱਚ ਕਿੱਡੀ ਬਖਸ਼ਿਸ਼ ਹੈ ਗੁਰੂ ਸਾਹਿਬ। ਕਹਿਣ ਲੱਗਾ ਪ੍ਰਸਾਦ ਦੇਤਾ, ਸਰੂਪਾ ਦੇਤਾ, ਕੱਪੜਾ ਹੀ ਆ। ਕਹਿੰਦਾ ਐਵੇਂ ਕਹਿੰਦਾ ਨਾਲ ਦਿਆਂ ਨੇ ਜਕਾਰਾ ਬੁਲਾਤਾ। ਕੋਈ ਗੱਲ ਤਾਂ ਹੈ ਬਣਦੀ ਨਹੀਂ। ਹੰਕਾਰ ਪੈਸੇ ਦਾ ਸੀ ਤੇ ਵਿਦਿਆ ਦਾ ਸੀ। ਕਹਿਣ ਲੱਗਿਆ ਚਲੋ ਕੋਈ ਗੱਲ ਨਹੀਂ ਚੱਲਦੇ ਹਾਂ। ਉਹ ਜਦੋਂ ਸੰਗਤ ਤੁਰਨ ਲੱਗੀ ਕਹਿਣ ਲੱਗਿਆ ਵੀ ਮੈਂ ਤਾਂ ਇਕੱਲਾ ਹੀ ਆਵਾਂਗਾ, ਤੁਸੀਂ ਜਾਓ। ਕਹਿੰਦਾ ਐਵੇਂ ਇਹ ਤਾਂ ਰਾਹ 'ਚ ਬੋਲਦੇ ਜਾਂਦੇ। ਕਹਿੰਦਾ ਉਹਨਾਂ ਕਹਿੰਦੇ ਮੈਂ ਤਾਂ ਅਲੱਗ ਆਵਾਂਗਾ ਇਕੱਲਾ। ਉੱਥੋਂ ਸਤਿਗੁਰਾਂ ਦੇ ਕੋਲੋਂ ਅਨੰਦਪੁਰ ਸਾਹਿਬ ਤੋਂ ਤੁਰ ਪਿਆ, ਸੰਗਤ ਤੋਂ ਅਲੱਗ ਹੋ ਗਿਆ। ਇਹ ਜਦੋਂ ਵਾਪਸ ਜਾ ਰਹੇ ਨਾ ਉਜੈਨ ਨੂੰ ਤੇ ਰਸਤੇ ਦੇ ਵਿੱਚ ਚਮਕੌਰ ਸਾਹਿਬ ਪਹੁੰਚਿਆ। ਉੱਥੇ ਸ਼ਾਮ ਪੈ ਗਈ ਹੈ ਤੇ ਇਹਨੂੰ ਅੱਗੋਂ ਗੁਰੂ ਦਾ ਸਿੱਖ ਮਿਲ ਗਿਆ ਕਲਗੀਧਰ ਪਾਤਸ਼ਾਹ ਮਹਾਰਾਜ। ਉਹਦਾ ਨਾਮ ਇਤਿਹਾਸ ਵਿੱਚ ਧਿਆਨ ਸਿੰਘ ਲਿਖਿਆ, ਧਿਆਨ ਸਿੰਘ ਮਾਝੀ। ਉਹ ਮਿਲ ਗਿਆ।
ਤੇ ਉਹ ਮਿਲਿਆ ਤੇ ਉਹ ਕਹਿਣ ਲੱਗਾ ਵੀ ਧੰਨ ਹੈ ਮੈਂ, ਮੈਨੂੰ ਸਿੱਖ ਦੇ ਦਰਸ਼ਨ ਹੋਏ। ਉਹਨੇ ਕੜਾ ਵੇਖਿਆ ਕੋਲ ਤੇ ਸਰੋਪਾ ਵੇਖਿਆ ਵੀ ਅਨੰਦਪੁਰ ਸਾਹਿਬ ਤੋਂ ਆਇਆ। ਉਹ ਕਹਿਣ ਲੱਗਾ ਵੀ ਸਿੱਖਾ ਐ ਕਰ ਵੀ ਹੁਣ ਰਾਤ ਦਾ ਸਮਾਂ ਕੇ ਤੂੰ ਮੇਰੇ ਘਰ ਚੱਲ, ਵੀ ਮੈਂ ਤੈਨੂੰ ਜਲ ਪਾਣੀ ਛਕਾਵਾਂਗਾ, ਪ੍ਰਸਾਦਾ ਪਾਣੀ ਛਕੀ ਤੇ ਰਾਤ ਮੇਰੇ ਘਰ ਰਹੀ ਤੇ ਫਿਰ ਅੱਗੇ ਚਲਿਆ ਜਾਏ। ਉਹ ਕਹਿਣ ਲੱਗੇ ਵੀ ਠੀਕ ਹੈ। ਤੇ ਜਦੋਂ ਘਰੇ ਗਿਆ ਬੜੀ ਖੁਸ਼ੀ ਦੇ ਨਾਲ ਲੈ ਕੇ ਗਿਆ, ਮੰਜੇ ਦੇ ਪਲੰਗ ਤੇ ਉਹਨੇ ਚਾਦਰ ਵਸਾਈ, ਸਤਿਕਾਰ ਕੀਤਾ ਵੀ ਗੁਰੂ ਦਾ ਸਿੱਖ ਆਇਆ ਕਰਦੇ ਸਤਿਗੁਰਾਂ ਦੇ ਕੋਲੋਂ ਆਇਆ। ਤੇ ਉਹ ਕਹਿਣ ਲੱਗੇ ਵੀ ਪ੍ਰਸਾਦਾ ਛਕਾਇਆ ਬੜੇ ਪਿਆਰ ਦੇ ਨਾਲ। ਹੁਣ ਜਿਹੜੇ ਗੁਰੂ ਦੇ ਸਿੱਖ ਹੁੰਦੇ ਨੇ ਨਾ ਗੁਰਮੁਖ ਪਿਆਰਿਓ, ਉਹਨਾਂ ਕੋਲ ਤਾਂ ਗੁਰੂ ਦੀਆਂ ਗੱਲਾਂ ਹੁੰਦੀਆਂ ਨੇ। ਜਿਹੋ ਜਿਹੀ ਸੁਸਾਇਟੀ ਦੇ ਵਿੱਚ ਆਪਾਂ ਜਾ ਕੇ ਬੈਠਾਂਗੇ ਉੱਥੇ ਉਹੋ ਜਿਹੀਆਂ ਗੱਲਾਂ ਹੋਣਗੀਆਂ। ਡਰਾਈਵਰਾਂ ਕੋਲੇ ਬਹਿਓ ਜਾ ਕੇ, ਡਰਾਈਵਰ ਗੱਡੀਆਂ ਦੀਆਂ ਗੱਲਾਂ ਕਰਦੇ ਨੇ। ਜੂਆ ਖੇਡਣ ਵਾਲਿਆਂ ਕੋਲ ਤਾਂ ਜੂਏ ਦੀਆਂ ਗੱਲਾਂ ਕਰਨਗੇ। ਜਿਹੋ ਜਿਹੇ ਬੰਦਿਆਂ ਦੇ ਕੋਲ ਜਾ ਕੇ ਆਪਾਂ ਸੰਗਤ ਕਰਾਂਗੇ ਉਹੋ ਜਿਹੀਆਂ ਗੱਲਾਂ ਕਰਾਂਗੇ। ਹੁਣ ਗੁਰੂ ਦੇ ਸਿੱਖ ਨੇ ਜਿਹੜੇ ਬਾਣੀ ਪੜ੍ਹਨ ਵਾਲੇ, ਉਹ ਬਾਣੀ ਦੀਆਂ ਗੱਲਾਂ ਕਰਦੇ ਨੇ। ਉਹ ਕਹਿਣ ਲੱਗੇ, ਧਿਆਨ ਸਿੰਘ ਪਰਿਵਾਰ ਸਾਰਾ ਬੱਚੇ ਨੇ ਉਹਨਾਂ ਦੇ, ਉਹ ਕਹਿਣ ਲੱਗੇ ਸਿੱਖਾ ਤੂੰ ਅਨੰਦਪੁਰ ਸਾਹਿਬ ਤੋਂ ਆਇਆ, ਸਾਨੂੰ ਕੋਈ ਸਤਿਗੁਰਾਂ ਦੀ ਗੱਲ ਸੁਣਾ, ਗੁਰੂ ਘਰ ਦੀ ਗੱਲ ਸੁਣਾ, ਤੂੰ ਸਤਿਗੁਰਾਂ ਦੇ ਕੋਲੋਂ ਆਇਆ। ਉਹ ਕਹਿਣ ਲੱਗਿਆ ਕੀ ਗੱਲਾਂ ਕਰਨੀਆਂ ਨੇ, ਪੈ ਜਾਓ ਕਹਿੰਦਾ ਆਰਾਮ ਨਾਲ। ਉਹ ਸੋਚਣ ਵੀ ਹੈ ਗੁਰੂ ਦਾ ਸਿੱਖ ਆਇਆ ਅਨੰਦਪੁਰ ਸਾਹਿਬ ਤੋਂ ਤੇ ਗੱਲਾਂ ਇੱਕ ਹੋ ਜਿਹੀਆਂ ਕਰਦਾ। ਗੁਰੂ ਦਾ ਸਿੱਖ ਇਹ ਥੋੜੀ ਕਹੇ ਵੀ ਪੈ ਜਾਓ। ਗੁਰੂ ਦਾ ਸਿੱਖ ਤੁਸੀਂ ਕਿਤੇ ਘਰ ਦੇ ਵਿੱਚ ਰਾਤ ਜਦੋਂ ਕਟਾਓਗੇ ਤਾਂ ਪਤਾ ਲੱਗ ਜਾਵੇਗਾ, ਇੱਕ ਰਾਤ ਦੇ ਵਿੱਚ ਹੀ ਪਤਾ ਲੱਗ ਜਾਵੇ ਸਿੱਖ ਦਾ ਜੀਵਨ ਕਿਹੋ, ਇੱਕ ਰਾਤ ਦੇ ਵਿੱਚ। ਤੇ ਗੁਰਮੁਖ ਪਿਆਰੋ ਕਹਿਣ ਲੱਗੇ ਵੀ ਤੂੰ ਕੋਈ ਗੁਰੂ ਦੀ ਗੱਲ ਸੁਣਾ। ਕਹਿਣ ਲੱਗਿਆ ਵੀ ਮੈਨੂੰ ਤਾਂ ਕਹਿੰਦਾ ਅਨੰਦਪੁਰ ਸਾਹਿਬ ਮੈਂ ਗਿਆ ਸੀ, ਮੈਨੂੰ ਨਹੀਂ ਉੱਥੇ ਕੁਝ ਚੰਗਾ ਲੱਗਿਆ। ਉਹ ਹੈਰਾਨ ਸੁਣ ਕੇ ਵੀ ਆਇਆ ਅਨੰਦਪੁਰ ਸਾਹਿਬ ਤੋਂ। ਕਹਿਣ ਲੱਗਿਆ ਵੀ ਮੈਨੂੰ ਨਹੀਂ ਕੁਝ ਚੰਗਾ ਲੱਗਿਆ ਉੱਥੇ। ਐਵੇਂ ਕਹਿੰਦਾ ਮੈਂ 500 ਰੁਪਇਆ ਭੇਟਾ ਕੀਤਾ, ਮੇਰੇ ਪਿਤਾ ਨੇ ਭੇਜਤਾ ਮੈਨੂੰ, ਤੇ ਕਹਿੰਦਾ ਪ੍ਰਸਾਦ ਦੇਤਾ ਤੇ ਇੱਕ ਕੜਾ ਦੇਤਾ, ਕਹਿੰਦਾ ਉਹਨਾਂ ਨੇ ਸਰੋਪਾ ਪਾਤਾ, ਨਾਲ ਦੇ ਨੇ ਜਕਾਰਾ ਬੁਲਾਤਾ, ਕਹਿੰਦਾ ਕੋਈ ਗੱਲਬਾਤ ਉੱਥੇ ਹੈ ਨਹੀਂ ਖਾਸ। ਉਹ ਕਹਿਣ ਲੱਗਿਆ ਧਿਆਨ ਸਿੰਘ ਮਾਜਰੀ ਜਿਹੜਾ ਸੀ, ਉਹ ਕਹਿੰਦਾ ਤੂੰ ਗਾਹਕ ਹੀ ਹੋਰ ਚੀਜ਼ਾਂ ਦਾ ਬਣਿਆ ਫਿਰਦਾ, ਤੂੰ ਵਪਾਰੀ ਹੋਰ ਚੀਜ਼ਾਂ ਦਾ ਬਣਿਆ ਫਿਰਦਾ। ਕਿਉਂਕਿ ਜਿਹੜੇ ਕੌਡੀਆਂ ਖਰੀਦਣ ਵਾਲੇ ਹੁੰਦੇ ਨੇ ਗੁਰਮੁਖ ਪਿਆਰ, ਉਹਨਾਂ ਨੂੰ ਕੀ ਪਤਾ ਵੀ ਲਾਲ ਕੀ ਹੁੰਦੇ ਨੇ। ਰਤਨ ਮਣੀ ਗਲ ਬੰਦ ਰਹਿ, ਭਾਈ ਗੁਰਦਾਸ ਜੀ ਕਹਿੰਦੇ ਨੇ ਕਹੋ ਕੀਮ ਨਾ ਜਾਣਾ ਹੈ। ਕਹਿੰਦੇ ਰਤਨ ਕਿਤੇ ਬਾਂਦਰ ਦੇ ਗਲ 'ਚ ਪਾ ਦੋ, ਕਹਿੰਦੇ ਉਹਨੂੰ ਕੀ ਪਤਾ ਵੀ ਇਹਦੀ ਕੀਮਤ ਕੀ ਹੈ। ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਜੀ ਕੀ ਸਾਰ ਜਾਣਦੇ, ਕੌਡੀਆਂ ਖਰੀਦਣ ਵਾਲੇ ਲਾਲਾ ਜੀ ਕੀ ਸਾਰ ਜਾਣਦੇ। ਕੌਡੀਆਂ ਖਰੀਦਣ ਵਾਲੇ ਲਾਲਾ ਜੀ ਕੀ ਸਾਰ ਜਾਣਦੇ, ਕੌਡੀਆਂ ਖਰੀਦਣ ਵਾਲੇ ਲਾਲਾ ਜੀ ਕੀ ਸਾਰ ਜਾਣਦੇ। ਕੌਡੀਆਂ ਖਰੀਦਣ ਲਾਲਾ ਜੀ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਜੀ ਕੀ ਸਾਰ ਜਾਣਦੇ, ਕੌਡੀਆਂ ਖਰੀਦਣ ਵਾਲੇ ਲਾਲਾ ਜੀ ਕੀ ਸਾਰ ਜਾਣਦੇ। ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਜੀ ਕੀ ਸਾਰ ਜਾਣਦੇ,
ਮਾਜਰੀ ਕਹਿਣ ਲੱਗਿਆ, ਕਹਿੰਦਾ ਤੂੰ ਤਾਂ ਕੌਡੀਆਂ ਖਰੀਦਣ ਵਾਲਾ ਹੀ ਹੈ, ਫਿਰ ਤੂੰ ਅਸਲੀ ਗਾਹਕ ਨਹੀਂ ਹੈ। ਤੈਨੂੰ ਪਤਾ ਹੀ ਨਹੀਂ ਸੀ ਕਿ ਵੀ ਸਤਿਗੁਰੂ ਸੱਚੇ ਪਾਤਸ਼ਾਹ ਕੀ ਚੀਜ਼ ਨੇ। ਤੇ ਗੁਰਮੁਖ ਪਿਆਰਿਓ, ਜਦੋਂ ਨੇ ਇਸ ਤਰ੍ਹਾਂ ਕਿਹਾ ਨਾ ਵੀ ਮੈਂ ਤਾਂ ਐਵੇਂ 500 ਰੁਪਇਆ ਗਵਾ ਆਇਆ, ਇਤਿਹਾਸ ਦੇ ਵਿੱਚ ਡਾਕਟਰ ਭਾਈ ਵੀਰ ਸਿੰਘ ਲਿਖਦੇ ਨੇ, ਕਹਿੰਦੇ ਉਹਨੇ 600 ਰੁਪਏ ਤੋਂ ਉੱਪਰ ਕੁਝ ਵੱਧ ਪੈਸੇ ਧਿਆਨ ਸਿੰਘ ਮਾਜਰੀ ਨੇ ਉਹਨੂੰ ਦਿੱਤੇ, ਹਰੀ ਗੋਪਾਲ ਨੂੰ। ਕਹਿਣ ਲੱਗੇ ਆਹ ਚੱਕ ਮਾਇਆ, ਗੁਰੂ ਸਾਹਿਬ ਦਾ ਜਿਹੜਾ ਬਚਨ ਆ ਤੂੰ ਉਹ ਮੈਨੂੰ ਦੇ, ਆ ਕੜਾ ਵੀ ਮੈਨੂੰ ਦੇ ਜਾ, ਪ੍ਰਸਾਦ ਵੀ ਜੇ ਦੇ ਜਾ, ਤੇ ਜਿਹੜਾ ਸਰੂਪਾ ਇਹ ਵੀ ਬਖਸ਼ਿਸ਼ ਮੈਨੂੰ ਕਰਦਾ। ਗੁਰੂ ਸਾਹਿਬ ਨੇ ਤੈਨੂੰ ਕਿਹਾ ਵੀ ਤੇਰੇ ਤੇ ਗੁਰੂ ਨਾਨਕ ਦੀਆਂ ਖੁਸ਼ੀਆਂ ਬਚਨ ਤੂੰ ਮੈਨੂੰ ਦੇ ਜਾ। ਉਹ ਕਹਿਣ ਲੱਗਾ, ਕਹਿੰਦਾ ਮੈਂ ਤਾਂ ਸਾਰੇ ਹੀ ਪਾਗਲ ਲੱਗਦੇ ਨੇ, ਕਹਿੰਦਾ ਉੱਥੇ ਵੀ ਬੜੇ ਪਾਗਲ ਫਿਰਦੇ ਸੀ ਅਨੰਦਪੁਰ ਸਾਹਿਬ ਦੇ ਵਿੱਚ, ਕਹਿੰਦਾ ਇਹ ਤਾਂ ਮੈਨੂੰ ਉਦੋਂ ਵੀ ਵੱਡਾ ਪਾਗਲ ਲੱਗਦਾ। ਕਹਿੰਦਾ ਮੇਰੇ ਤਾਂ ਕਰਮ ਜਾਗ ਕੇ, ਕਹਿੰਦਾ ਮੈਨੂੰ ਉਦੋਂ ਵੱਧ ਪੈਸੇ ਮਿਲ ਰਹੇ ਨੇ। ਤੇ ਹਰੀ ਗੋਪਾਲ ਨੇ ਗੁਰਮੁਖ ਪਿਆਰਿਓ ਉੱਥੋਂ ਪੈਸੇ ਲਏ ਧਿਆਨ ਸਿੰਘ ਮਾਜਰੀ ਤੋਂ, ਉਹ ਜਿਹੜੀ ਗੁਰੂ ਨਾਨਕ ਦੇ ਘਰੋਂ ਬਖਸ਼ਿਸ਼ ਮਿਲੀ ਸੀ, ਕੜਾ ਮਿਲਿਆ ਸੀ, ਪ੍ਰਸਾਦ ਤੇ ਸਰੂਪਾ, ਉਹ ਧਿਆਨ ਸਿੰਘ ਮਾਜਰੀ ਨੂੰ ਦੇ ਦਿੱਤਾ। ਤੇ ਗੁਰਮੁਖ ਪਿਆਰਿਓ ਉੱਥੋਂ ਆਪ ਅੱਗੇ ਚੱਲ ਗਿਆ। ਤੇ ਇੱਧਰ ਧਿਆਨ ਸਿੰਘ ਮਾਜਰੀ ਤੇ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ, ਸੱਚੇ ਪਾਤਸ਼ਾਹ ਦੀ ਰਹਿਮਤ ਹੋਈ। ਜ਼ਿਮੀਂਦਾਰਾ ਕਰਨ ਵਾਲਾ ਸੀ, ਜ਼ਿਮੀਂਦਾਰ ਸੀ। ਤੇ ਗੁਰਮੁਖ ਪਿਆਰਿਓ ਜਦੋਂ ਕਹਿੰਦੇ ਸਵੇਰੇ ਉੱਠ ਕੇ ਖੇਤਾਂ ਦੇ ਵਿੱਚ ਗਿਆ ਨਾ ਹਲ ਵਾਹੁਣ ਵਾਸਤੇ, ਹਲ ਵਾਹ ਰਿਹਾ ਸਵੇਰੇ ਸਵੇਰੇ, ਤੇ ਕਹਿੰਦੇ ਦਾ ਹਲ ਫਸ ਜਾ ਕਰੇ ਉੱਤੇ। ਜਦੋਂ ਹਲ ਫਸ ਜਾ ਕਰੇ ਦੂਜੀ ਵਾਰ ਆਇਆ, ਫਿਰ ਫਸ ਗਿਆ ਹਲ, ਤੇ ਵੇਖਿਆ ਵੀ ਕੀ ਚੀਜ਼ ਆ। ਕਹਿੰਦੇ ਜਦੋਂ ਨੇ ਪੁੱਟ ਕੇ ਵੇਖਿਆ ਤੇ ਥੱਲੋਂ ਨੂੰ ਇੱਕ ਆਪਾਂ ਕੀ ਕਹੀਏ ਗਾਗਰ ਮਿਲ ਗਈ, ਐ ਸਮਝ ਲਓ ਵੀ ਜਦੋਂ ਗਾਗਰ ਮਿਲੀ ਤੇ ਉਹਦੇ ਵਿੱਚੋਂ ਕਹਿੰਦੇ ਮੋਹਰਾਂ ਮਿਲ ਗਈ, ਮੋਹਰਾਂ ਦੀ ਭਰੀ ਹੋਈ ਗਾਗਰ। ਤੇ ਗੁਰਮੁਖ ਪਿਆਰਿਓ ਉਹਨੂੰ ਪ੍ਰਾਪਤ ਹੋਈ, ਜਿਹਦੇ ਨਾਲ ਉਹ ਇੰਨਾ ਅਮੀਰ ਹੋ ਗਿਆ ਤੇ ਬੜੀਆਂ ਬਖਸ਼ਿਸ਼ਾਂ ਧਿਆਨ ਸਿੰਘ ਮਾਜਰੀ ਦੇ ਘਰ ਦੇ ਵਿੱਚ ਹੋ ਗਈਆਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਇੰਨੀ ਹੋਈ, ਕਾਰੋਬਾਰ ਦਿਨੋਂ ਦਿਨ ਵੱਧਦਾ ਗਿਆ। ਤੇ ਗੁਰਮੁਖ ਪਿਆਰਿਓ ਜਿਹੜੀਆਂ ਗੁਰੂ ਘਰ ਦੀਆਂ ਬਖਸ਼ਿਸ਼ਾਂ ਹੁੰਦੀਆਂ, ਇਹ ਕੋਈ ਮਾੜੀਆਂ ਮੋਟੀਆਂ ਨਹੀਂ ਹੁੰਦੀਆਂ। ਗੁਰੂ ਘਰ ਦੇ ਵਿੱਚ ਵੇਖਣ ਨੂੰ ਚੀਜ਼ਾਂ ਛੋਟੀਆਂ ਲੱਗਦੀਆਂ ਨੇ, ਤੇ ਗੁਰਮੁਖ ਪਿਆਰਿਓ ਪਰ ਬੜੀ ਵੱਡੀ ਕਿਰਪਾ ਹੁੰਦੀ ਆ, ਬਖਸ਼ਿਸ਼ ਹੁੰਦੀ ਆ ਗੁਰੂ ਘਰ ਦੇ ਵਿੱਚ। ਆਪਾਂ ਕਹਿ ਦਿੰਦੇ ਵੀ 2 ਮੀਟਰ ਦਾ ਕੱਪੜਾ ਹੀ ਆ ਸਰੂਪਾ, ਪਰ ਗੁਰਮੁਖ ਪਿਆਰਿਓ ਹਰ ਇੱਕ ਦੀ ਗੱਲ ਨਹੀਂ ਪੈਂਦਾ। ਪਰ ਅੱਜ ਤਾਂ ਸਾਡੇ ਲੋਕਾਂ ਨੇ ਖੇਡ ਜੀ ਬਣਾ ਲਿਆ ਨਾ, ਹਰ ਇੱਕ ਦੀ ਪਾਈ ਜਾਂਦੇ ਆ। ਪਰ ਗੁਰਮੁਖ ਪਿਆਰੇ ਬਖਸ਼ਿਸ਼ ਇਹ ਆਮ ਬੰਦਿਆਂ ਦੇ ਪਾਉਣ ਵਾਲੀ ਨਹੀਂ, ਇਹ ਸਿਰਫ ਇਹਦਾ ਸਿਰ ਪਾਉ ਆ ਸਰੂਪਾ। ਇਹ ਆਪਾਂ ਸਰੂਪਾ ਕਹਿੰਦੇ ਆ, ਇਹਦਾ ਨਾਮ ਜਿਹੜਾ ਸਿਰ ਪਾਉ, ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਪੂਰਾ ਕੱਜ ਲੱਗੇ, ਜਿਹਨੂੰ ਇਹ ਮਿਲ ਜਾਂਦਾ ਉਹਦੇ ਸਤਿਗੁਰੂ ਜੀ ਲੋਕ ਪਰਲੋਕ ਦੇ ਵਿੱਚ ਪਰਦੇ ਕੱਜਦੇ ਨੇ। ਇਹ ਸਿਰ ਪਾਉ ਜਿਹੜੀ ਕੋਈ ਮਾੜੀ ਮੋਟੀ ਚੀਜ਼ ਨਹੀਂ ਹੁੰਦੀ, ਇਹ ਬਖਸ਼ਿਸ਼ ਹੁੰਦੀ ਹੈ। ਜਾਂ ਜਿਹਨੇ ਕਿਸੇ ਨੇ ਕੁਰਬਾਨੀ ਕੀਤੀ ਆ, ਤੇ ਗੁਰਮੁਖ ਪਿਆਰਿਓ ਇਹ ਬਖਸ਼ਿਸ਼ਾਂ ਹਰ ਇੱਕ ਨੂੰ ਨਹੀਂ ਮਿਲਦੀਆਂ ਗੁਰੂ ਘਰ ਦੇ ਵਿੱਚ। ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਇਹ ਆਮ ਹੀ ਕਰ ਦਿੱਤੀ ਗਈ ਇਹ ਗੱਲ ਸਰੂਪੇ ਵਾਲੀ। ਸੋ ਗੁਰਮੁਖ ਪਿਆਰਿਓ ਹੁਣ ਕਰੀਏ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਵਿੱਚ ਤਾਂ 100 ਰੁਪਏ ਦਾ ਸਰੂਪਾ ਦਿੰਦੇ ਨੇ। ਹੁਣ ਜਿਹੜਾ ਉੱਥੇ 100 ਰੁਪਇਆ ਟੇਕਦਾ ਉਹਨੂੰ ਸਰੂਪਾ ਮਿਲਦਾ, ਦੂਜੇ ਨੂੰ ਮਿਲਦਾ। ਵੇਖੋ ਕੀ ਕਿੱਥੇ ਸਰੂਪੇ ਨੂੰ ਲੈ ਕੇ ਆ ਗਏ। ਸੋ ਇਸ ਕਰਕੇ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੁੰਦੀ ਹੈ। ਹੁਣ ਹਰੀ ਗੋਪਾਲ ਉੱਥੋਂ ਪੈਸੇ ਲੈ ਕੇ ਅੱਗੇ ਤੁਰਿਆ ਉਜੈਨ ਵੱਲ, ਤੇ ਰਸਤੇ ਦੇ ਵਿੱਚ ਸੋਚਦਾ ਜਾਂਦਾ ਮੈਨੂੰ ਤਾਂ ਮਾਇਆ ਮਿਲ ਗਈ, ਵਪਾਰ ਕਰਦਾ ਜਾਂਦਾ। 600 ਦਾ ਵਪਾਰ ਕੀਤਾ, 1200 ਹੋ ਗਿਆ, 12 ਤੋਂ ਅੱਗੇ ਐ ਵੱਧਦਾ ਜਾਂਦਾ। ਪੈਸੇ ਲੈ ਕੇ ਉਵੇਂ ਆਪਣੇ ਪਿਓ ਕੋਲੇ, ਪਿਤਾ ਕੋਲ, ਦਸੰਬਰ ਦਾਸ ਕੋਲ ਚਲੇ ਤੇ ਜਾ ਕੇ ਕਹਿਣ ਲੱਗਿਆ ਵੀ ਤੁਸੀਂ ਤਾਂ ਐਵੇਂ ਕਹਿੰਦਾ ਉੱਥੇ ਤੁਰੇ ਫਿਰਦੇ ਹੋ, ਕੋਈ ਗੱਲਬਾਤ ਨਹੀਂ ਮੈਨੂੰ ਲੱਗੀ ਉੱਥੇ ਅਨੰਦਪੁਰ ਸਾਹਿਬ। ਮੈਨੂੰ ਭੇਜਿਆ, ਕਹਿੰਦਾ ਦੇਖੋ ਮੈਂ ਵਪਾਰ ਕਰਕੇ ਲੈ ਕੇ ਆਇਆ, ਤੁਸੀਂ 500 ਦਿੱਤਾ ਸੀ, ਮੈਂ ਕਿੰਨੇ ਪੈਸੇ ਲੈ ਕੇ ਆ ਗਿਆ। ਤੇ ਗੁਰਮੁਖ ਪਿਆਰੇ ਇਸ ਤਰ੍ਹਾਂ ਵਪਾਰ ਇੱਕ ਵਾਰੀ ਵੱਧ ਗਿਆ ਤੇ ਫਿਰ ਦਿਨੋਂ ਦਿਨ ਕੰਮ ਥੱਲੇ ਡਿੱਗਣਾ ਸ਼ੁਰੂ ਹੋ ਗਿਆ। ਜਿੰਨਾ ਕੁਝ ਘਰ ਦੇ ਵਿੱਚ ਸਭ ਕੁਝ ਹੀ ਵਿਕ ਗਿਆ। ਤੇ ਗੁਰਮੁਖ ਪਿਆਰੇ ਜਦੋਂ ਵਿਕ ਗਿਆ ਤੇ ਫਿਰ ਆਪਣੇ ਪਿਓ ਨੂੰ ਕਹਿੰਦਾ, ਦਸੰਬਰ ਦਾਸ ਨੂੰ ਕਹਿੰਦਾ, ਪਿਤਾ ਜੀ ਚਲੋ ਆਪਾਂ ਅਨੰਦਪੁਰ ਸਾਹਿਬ ਜਾ ਕੇ ਹੁਣ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਚੱਲੀਏ, ਉੱਥੋਂ ਜਾ ਕੇ ਮਾਫੀ ਲੈ ਲਈਏ। ਉਹ ਕਹਿੰਦਾ ਪੁੱਤਰਾ ਮੈਂ ਤਾਂ ਤੈਨੂੰ ਪਹਿਲਾਂ ਹੀ ਭੇਜਿਆ ਹੀ ਇਸੇ ਕਰਕੇ ਸੀ ਵੀ ਤੈਨੂੰ ਮਾਇਆ ਦਾ ਹੰਕਾਰ ਹੋ ਗਿਆ,
ਵਿਦਿਆ ਦਾ ਹੰਕਾਰ ਹੋ ਗਿਆ, ਤੇਰਾ ਹੰਕਾਰ ਢਲ ਜੇ ਉੱਥੇ ਜਾ ਕੇ ਸੇਵਾ ਕਰਦੀ, ਪਰ ਤੂੰ ਫੇਰ ਹੰਕਾਰ ਨਾਲ ਹੀ ਟਿਕੀ ਰਿਹਾ ਤੇ ਤੇਰੇ ਹੰਕਾਰ ਨੇ ਅੱਜ ਜਿੱਥੇ ਆਪਾਂ ਨੂੰ ਇਸ ਜਗ੍ਹਾ ਤੇ ਲੈ ਆਇਆ। ਫੇਰ ਗੁਰਮੁਖ ਪਿਆਰਿਓ ਬਿਸੰਬਰ ਦਾਸ ਆਪ ਆਪਣੇ ਪੁੱਤਰ ਹਰੀ ਗੋਪਾਲ ਨੂੰ ਨਾਲ ਲੈ ਕੇ ਤੁਰਿਆ ਤੇ ਜਦੋਂ ਤੁਰਿਆ ਫੇਰ ਗੁਰਮੁਖ ਪਿਆਰੇ ਚਮਕੌਰ ਸਾਹਿਬ ਦੇ ਕੋਲ ਦੀ ਲੰਘਣ ਲੱਗੇ, ਧਿਆਨ ਸਿੰਘ ਮਾਜਰੀ ਦੇ ਨਾਲ ਫੇਰ ਮਿਲਾਪ ਹੋ ਗਿਆ। ਧਿਆਨ ਸਿੰਘ ਨੇ ਪਛਾਣ ਲਿਆ ਵੀ ਉਹੀ ਹਰੀ ਗੋਪਾਲ ਆ ਤੇ ਗੁਰਮੁਖ ਪਿਆਰੇ ਜਦੋਂ ਧਿਆਨ ਸਿੰਘ ਮਾਜਰੀ ਮਿਲਿਆ, ਧਿਆਨ ਸਿੰਘ ਕਹਿਣ ਲੱਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ। ਉਹਨੇ ਪਹਿਲੀ ਹੱਥ ਲਾਵੇ ਹਰੀ ਗੋਪਾਲ ਹੋਣਾ ਦਾ ਵੀ ਭਾਈ ਤੁਸੀਂ ਮੇਰੇ ਤੇ ਇੰਨੀ ਬਖਸ਼ਿਸ਼ ਕਰਕੇ ਗਏ, ਮੈਨੂੰ ਸਤਿਗੁਰਾਂ ਦੀਆਂ ਖੁਸ਼ੀਆਂ ਦੇ ਕੇ ਗਏ, ਮੈਨੂੰ ਤੁਸੀਂ ਕੜਾ ਦੇ ਕੇ ਗਏ ਸਤਿਗੁਰਾਂ ਦਾ ਬਖਸ਼ਿਆ ਹੋਇਆ ਤੇ ਮੇਰੇ ਘਰ ਦੇ ਵਿੱਚ ਉਸ ਦਿਨ ਤੋਂ ਰੰਗ ਭਾਗ ਲੱਗੇ ਪਏ ਨੇ। ਤੇ ਉਸ ਸਮੇਂ ਫਿਰ ਗੁਰਮੁਖ ਪਿਆਰਿਓ ਮੱਥੇ ਤੇ ਹੱਥ ਮਾਰ ਕੇ ਹਰੀ ਗੋਪਾਲ ਹੁਣੀ ਬਿਸੰਬਰ ਦਾਸ ਜੀ ਕਹਿ ਰਹੇ ਨੇ, ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ, 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 ਗਈ ਅਮੀਰੀ ਆਈ ਫਕੀਰੀ ਸੌਦੇ, ਗਈ ਅਮੀਰੀ ਆਈ ਫਕੀਰੀ ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ, ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ, ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ, ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ, ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ, ਅਮੀਰੀ ਸੌਦੇ ਨੇ ਤਕਦੀਰਾਂ ਦੇ, ਅਮੀਰੀ ਆਈ ਫਕੀਰੀ ਸੌਦੇ ਅਮੀਰੀ ਆਈ ਫਕੀਰੀ ਸੌਦੇ ਤਕਦੀਰਾਂ ਦੇ। ਕਹਿਣ ਲੱਗੇ ਅਮੀਰੀ ਚਲੀ ਗਈ ਫਕੀਰੀ ਆ ਗਈ, ਇਹ ਵੀ ਤਕਦੀਰਾਂ ਦੇ ਸੌਦੇ ਹੁੰਦੇ ਨੇ। ਵੇਖੋ ਸਤਿਗੁਰੂ ਦੀ ਕਿਰਪਾ ਹੋਈ ਧਿਆਨ ਸਿੰਘ ਮਾਜਰੀ ਤੇ ਦਿਨ ਬ ਦਿਨ ਕੰਮ ਵੱਧਦਾ ਗਿਆ, ਚੜ੍ਹਦੀ ਕਲਾ ਹੋ ਗਈ, ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਹੋ ਗਈਆਂ ਤੇ ਇਧਰ ਇਹਨਾਂ ਦਾ ਸਾਰਾ ਕੁਝ ਕੰਮ ਨਾਸ ਹੋ ਗਿਆ। ਤੇ ਗੁਰਮੁਖ ਪਿਆਰਿਓ ਫੇਰ ਜਦੋਂ ਪਹੁੰਚਦੇ ਨੇ ਅਨੰਦਪੁਰ ਸਾਹਿਬ, ਧਿਆਨ ਸਿੰਘ ਮਾਜਰੀ ਨੂੰ ਮਿਲੇ ਨੇ ਤੇ ਧਿਆਨ ਸਿੰਘ ਮਾਜਰੀ ਕਹਿਣ ਲੱਗਾ ਜਦੋਂ ਦੀਆਂ ਤੁਸੀਂ ਬਖਸ਼ਿਸ਼ਾਂ ਦੇ ਕੇ ਗਏ ਹੋ ਸਤਿਗੁਰਾਂ ਦੀ ਕਿਰਪਾ ਹੋ ਗਈ ਹੈ। ਤੇ ਕਹਿਣ ਲੱਗੇ ਸੀ ਅਨੰਦਪੁਰ ਸਾਹਿਬ ਚੱਲਿਆ, ਕਹਿਣ ਲੱਗਿਆ ਧਿਆਨ ਸਿੰਘ ਮਾਜਰੀ ਕਹਿਣ ਲੱਗਾ ਚਲੋ ਮੈਂ ਵੀ ਨਾਲ ਚੱਲਦਾ। ਤੇ ਫਿਰ ਗਏ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦਾ ਦੀਵਾਨ ਸਜਿਆ, ਧਿਆਨ ਸਿੰਘ ਮਾਜਰੀ ਵੀ ਬੈਠਾ ਤੇ ਗੁਰਮੁਖ ਪਿਆਰਿਓ ਬਿਸੰਬਰ ਦਾਸ ਆਪਣੇ ਪੁੱਤਰ ਹਰੀ ਗੋਪਾਲ ਨੂੰ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੜੀ ਨਿਮਰਤਾ ਦੇ ਸਹਿਤ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆ ਵੇਖੋ ਸਾਡਾ ਕੀ ਹਾਲ ਹੋ ਗਿਆ। ਸੱਚੇ ਪਾਤਸ਼ਾਹ ਬਿਸੰਬਰ ਦਾਸ ਕਹਿਣ ਲੱਗਿਆ ਮਹਾਰਾਜ ਮੈਂ ਆਪਣੇ ਪੁੱਤਰ ਨੂੰ ਭੇਜਿਆ ਸੀ ਵੀ ਸਿੱਖੀ ਦੀ ਦਾਤ ਲੈ ਕੇ, ਇਨਾਮ ਦੀਆਂ ਦਾਤਾਂ ਲੈ ਕੇ, ਬਖਸ਼ਿਸ਼ਾਂ ਲੈ ਕੇ ਗੁਰੂ ਘਰ ਦੇ ਵਿੱਚੋਂ। ਸਤਿਗੁਰੂ ਤੁਸੀਂ ਬਖਸ਼ਿਸ਼ਾਂ ਕੀਤੀਆਂ, ਤੁਸੀਂ ਰਹਿਮਤਾਂ ਕੀਤੀਆਂ, ਖੁਸ਼ੀਆਂ ਦਿੱਤੀਆਂ, ਪਰ ਇਹ ਰਸਤੇ ਦੇ ਵਿੱਚ ਹੀ ਸੱਟ ਗਿਆ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਹਮੇਸ਼ਾ ਖੁਸ਼ੀਆਂ ਮਿਲਦੀਆਂ ਨੇ, ਹੁਣ ਇਹ ਸੇਵਾ ਕਰੇ ਇਸ ਗੁਰੂ ਘਰ ਦੇ ਵਿੱਚ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਫੇਰ ਬਖਸ਼ਿਸ਼ ਹੋ ਜਾਣਗੀਆਂ। ਤੇ ਗੁਰਮੁਖ ਪਿਆਰੇ ਫਿਰ ਬੜੀ ਸਰਧਾ ਦੇ ਨਾਲ ਬਿਸੰਬਰ ਦਾਸ ਤੇ ਹਰੀ ਗੋਪਾਲ ਨੇ
ਕਲਗੀਧਰ ਪਾਤਸ਼ਾਹ ਮਹਾਰਾਜ ਚਰਨਾਂ ਦੇ ਵਿੱਚ ਰਹਿ ਕੇ ਨਾਮ ਦੀ ਦਾਤ ਲਈ ਤੇ ਗੁਰਮੁਖ ਪਿਆਰੇ ਆਪਣੇ ਹੰਕਾਰ ਅਭਿਮਾਨ ਹੰਕਾਰ ਸਭ ਕੁਝ ਛੱਡ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਗਏ ਤੇ ਫਿਰ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਹੋਈਆਂ। ਫਿਰ ਉਸੇ ਤਰ੍ਹਾਂ ਉਹਨਾਂ ਦਾ ਦਸੰਬਰ ਦਾਸ ਹਰੀ ਗੋਪਾਲ ਉਹਨਾਂ ਦਾ ਕੰਮ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ ਸੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਹੈ। ਸੋ ਗੁਰਮੁਖ ਪਿਆਰੇ ਸਾਖੀ ਤੋਂ ਸਿੱਖਿਆ ਆਪਾਂ ਇਹ ਲੈਣੀ ਆ ਵੀ ਜਦੋਂ ਵੀ ਗੁਰੂ ਨਾਨਕ ਦੇ ਦਰ ਤੇ ਆਈਏ ਆਪਣਾ ਮਾਣ ਅਭਿਮਾਨ ਹੰਕਾਰ ਛੱਡ ਕੇ ਆਈਏ। ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜੀ ਬਖਸ਼ਿਸ਼ ਮਿਲਦੀ ਆ ਉਹਨੂੰ ਖੁਸ਼ੀ ਖੁਸ਼ੀ ਆਪਣੇ ਘਰ ਦੇ ਵਿੱਚ ਲੈ ਕੇ ਜਾਈਏ। ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਜਦੋਂ ਸਾਡੇ ਘਰ ਦੇ ਵਿੱਚ ਆ ਜਾਂਦੀਆਂ ਨੇ ਤੇ ਗੁਰਮੁਖ ਪਿਆਰੇ ਫਿਰ ਲੋਕ ਤੇ ਪਰਲੋਕ ਜਿਹੜੇ ਨੇ ਉਹ ਸਫਲੇ ਹੋ ਜਾਂਦੇ ਨੇ। ਪਰ ਗੁਰਮੁਖ ਪਿਆਰੇ ਅੱਜ ਜਿਨ੍ਹਾਂ ਘਰਾਂ ਦੇ ਵਿੱਚ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਪਈਆਂ ਨੇ ਗੁਰਮੁਖ ਪਿਆਰੇ ਜੁਗਾਂ ਜੁਗਾਂ ਤੱਕ ਉਹਨਾਂ ਦਾ ਨਾਂ ਰੋਸ਼ਨ ਰਹੇਗਾ। ਕਿੰਨੇ ਘਰਾਂ ਦੇ ਵਿੱਚ ਸਤਿਗੁਰਾਂ ਦੇ ਜੋੜੇ ਪਏ ਨੇ ਤੇ ਗੁਰਮੁਖ ਪਿਆਰਿਓ ਦੇਖੋ ਕਢਾਣੀ ਨਗਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਚੋਲਾ ਸਿੰਘੇ ਪਾਤਸ਼ਾਹ ਦਾ ਪਿਆ 52 ਕਲੀਆਂ ਵਾਲਾ ਉਸ ਨਗਰ ਨੂੰ ਜੋ ਕਢਾਣੀ ਸਾਹਿਬ ਕਹਿ ਕੇ ਬੁਲਾਇਆ ਜਾਂਦਾ। ਜਿੱਥੇ ਜਿੱਥੇ ਸਤਿਗੁਰਾਂ ਦੇ ਜੋੜੇ ਪਏ ਨੇ ਉਹਨਾਂ ਨਗਰਾਂ ਦੇ ਨਾਲ ਸਾਹਿਬ ਲੱਗ ਗਏ ਨੇ ਤੇ ਗੁਰਮੁਖ ਪਿਆਰਿਓ ਜਿੱਥੇ ਸਤਿਗੁਰਾਂ ਦੇ ਵਸਤਰ ਪਏ ਨੇ ਸ਼ਸਤਰ ਪਏ ਨੇ ਉਹ ਧਰਤੀਆਂ ਉਹ ਨਗਰ ਅੱਜ ਪੂਜਣਯੋਗ ਹੋਏ ਨੇ ਤੇ ਗੁਰਮੁਖ ਪਿਆਰਿਓ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਉਹਨਾਂ ਨੂੰ ਨਤਮਸਤਕ ਹੁੰਦੀਆਂ ਨੇ। ਇਹ ਬਖਸ਼ਿਸ਼ਾਂ ਗੁਰੂ ਘਰ ਦੇ ਵਿੱਚੋਂ ਮਿਲਦੀਆਂ, ਇਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ। ਪਰ ਹੰਕਾਰ ਅਭਿਮਾਨ ਗਵਾ ਕੇ ਆਈਏ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰੀ ਅੱਜ ਦੇ ਦੀਵਾਨ ਵਿੱਚ। ਸੋ ਕੱਲ੍ਹ ਨੂੰ ਅੰਮ੍ਰਿਤ ਵੇਲੇ ਆਸਾ ਜੀ ਦੇ ਵਾਰ ਦੇ ਕੀਰਤਨ ਹੋਣਗੇ ਤੇ ਤਕਰੀਬਨ 4:30 ਵਜੇ ਕੀਰਤਨ ਸ਼ੁਰੂ ਹੋ ਜਾਵੇਗਾ ਆਸਾ ਜੀ ਦੀ ਵਾਰ ਦਾ। ਜਿਹੜੀਆਂ ਸੰਗਤਾਂ ਨੇ ਹਾਜ਼ਰੀ ਭਰਨੀਆਂ ਭਰ ਸਕਦੇ ਨੇ। ਕੱਲ੍ਹ ਨੂੰ ਸ਼ਾਮ ਦੇ ਦੀਵਾਨਾਂ ਵਿੱਚ 5 ਵਜੇ ਤਕਰੀਬਨ 5 ਸਵਾ 5 ਵਜੇ ਨੌਵੇਂ ਪਾਤਸ਼ਾਹ ਜੀ ਦੇ ਭੋਗ ਦੇ ਜੋ ਸ਼ਲੋਕ ਨੇ ਸ਼ੁਰੂ ਹੋ ਜਾਣਗੇ। ਉਸ ਤੋਂ ਉਪਰੰਤ ਕੀਰਤਨ ਦੀਵਾਨ ਸਜੇਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਇਤਿਹਾਸ ਬਹੁਤੇ ਲਿਖਾਰੀਆਂ ਨੇ ਲਿਖਿਆ, ਬਹੁਤਿਆਂ ਨੇ ਸੁਣਾਇਆ, ਕਿਸੇ ਦਾ ਵੱਖੋ ਵੱਖਰਾ ਤਰੀਕਾ ਹੁੰਦਾ। ਜਿੰਨੀ ਕਿ ਸਾਨੂੰ ਮੱਤ ਬਖਸ਼ੀ ਹੈ ਮਹਾਰਾਜ ਨੇ ਆਪਾਂ ਰਲ ਮਿਲ ਕਰਕੇ ਹਾਜ਼ਰੀ ਭਰੀਆ। ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ ਗੁਰ ਸਤੋਤਰ ਵਿੱਚ ਲਵਾਓ ਹਾਜ਼ਰੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ।